वाहिगुरु सतनाम 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 वाहिगुरु। परम सत्कारयोग गुरमत दी क्लास विच जुड़ चुके गुरु रूप साध संगत जीओ, आओ सब तो पहला गुरफतेह दे नाल सांझ करिए। गज के आखो वाहिगुरु जी का खालसा वाहिगुरु जी की फतेह। अज दा जिहड़ा विषय है वो है गुरबाणी दी कथा। ते सिख रहत मर्यादा के अनुसार जिहड़ी गुरबाणी की कथा है वो किस तरह करनी है, इहदे उत्ते अज विचार साझी करनी है। साडे नाल साडे ज्ञानी भाई परमजीत सिंह जी जो सिख मिशन गुजरात के इंचार्ज भी ने ते बहुत महान कथावाचक भी ने। रोजाना ही असी उन्हां दे कोलों जपजी साहब की जिहड़ी विचार है गुरु नानक नगर गुरुद्वारा साहब विखे जिहड़ी सरवण करते हाँ। तो विचार करन तो पहला मैं बेनती करांगा कि ये विषय बहुत ही महान है, क्योंकि इस बाबत गुरु साहबान ने भी गुरबाणी दे विच जिक्र किया है कि सब से उत्तम हर की कथा नाम सुनत दर्द दुख लथा। तो अज ये कथा दे उत्ते ही विचार होवेगी। उस तो बाद जिहड़ा है वो अगला साडा जिहड़ा सिख रहत मर्यादा का पार्ट है गुरमत दी रहनी, वो जिहड़ी अज आरंभ होवेगी। इसलिए सब तो पहला जिहड़ा वा असीं गुरबाणी की कथा इहदे नाल ही अगे आएगा वखियान ते गुरुद्वारे का प्रोग्राम, क्योंकि साडे मनां विच कई प्रकार के जिहड़े शंके हुंदे ने गुरु घर विच की करना चाहिदा है। गुरु घर विच जदों असीं जांदे हां ते उत्थे जाके सानूं की करना चाहिदा है। ते सिख रहत मर्यादा दे विच सिख पंथ ने जिक्र कीता है कि गुरुद्वारे का जिहड़ा प्रोग्राम है वो किस तरह का होना चाहिदा है। क्योंकि कई बार असीं आण के बेवजह ही जिहड़े गुरु घर दे ग्रंथी सिंह हुंदे ने उन्हां नूं परेशान करदे हैं, भाई तूं आह नहीं कीता। साडी मत हुंदी है, असीं अपनी मत दे अनुसार जिहड़ा वा वो गुरुद्वारे दे प्रोग्राम नूं भी बनाउणा चाहुंदे हां कि जदों मैं आवां उदों आह काम होना चाहिदा जां मेरे आउण तों पहिलां आह काम होना चाहिदा। वख-वख साडे सवाल हुंदे ने ग्रंथी सिंह नूं ते ग्रंथी सिंह भी बहुत परेशान हुंदा, क्योंकि वो अपना घर बार छड्ड के गुरु घर दे विच आण के उन्हें अपना गुजारा करना है।
ਫਿਰ ਹਰ ਇੱਕ ਸਿੱਖ ਸੰਗਤ ਜਿਹੜੀ ਆਉਂਦੀ ਆ ਉਹਦਾ ਆਪੋ ਆਪਣਾ ਤਰੀਕਾ ਹੁੰਦਾ ਹੈ ਗੁਰੂ ਘਰ ਵਿੱਚ ਆਉਣ ਦਾ, ਤੇ ਆਪੋ ਆਪਣੀ ਮੱਤ ਹੁੰਦੀ ਹੈ। ਉਹਦੇ ਵਾਸਤੇ ਬੜੀ ਮੁਸ਼ਕਲ ਬਣਦੀ ਹੈ। ਤੇ ਸਿੱਖ ਪੰਥ ਨੇ ਜ਼ਿਕਰ ਕਰ ਦਿੱਤਾ, ਕਿਉਂਕਿ ਇਸ ਨੂੰ ਚੈਲੰਜ ਕੋਈ ਨਹੀਂ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਾਨਤਾ ਪ੍ਰਾਪਤ ਹੈ। ਤੇ ਇੱਕ ਤਖਤ ਦੇ ਉੱਤੇ ਚੱਲਣ ਵਾਲੇ ਸਾਰੇ ਗੁਰੂ ਕੇ ਸਿੱਖ, ਇੱਕ ਪੰਥ, ਇਹਦੇ ਵੱਲੋਂ ਵੀ ਫੈਸਲਾ ਹੈ, ਤੇ ਇਹਨੂੰ ਕੋਈ ਚੈਲੰਜ ਨਹੀਂ, ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਇਹ ਪ੍ਰਵਾਨਿਤ ਹੈ। ਜੇ ਅਸੀਂ ਸਿੱਖ ਰਹਿਤ ਮਰਜ਼ਾਦਾ ਨੂੰ ਚੈਲੰਜ ਕਰਦੇ ਹਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਵਾ ਉਹ ਚੈਲੰਜ ਕਰਦੇ ਹਾਂ। ਤੋ ਇਹਦੇ ਵਿੱਚ ਬੜਾ ਹੀ ਵਧੀਆ ਜਿਹੜਾ ਵਾ ਉਹ ਤਰੀਕੇ ਦੇ ਨਾਲ ਸਮਝਾਇਆ ਗਿਆ ਹੈ। ਮੇਰੇ ਖਿਆਲ ਨਾਲ ਸਿੱਖ ਸੰਗਤ ਜੁੜ ਚੁੱਕੀ ਹੈ। ਕੋਈ ਇੱਕ ਅੱਧਾ ਵੀਰ ਭਾਈ ਰਹਿ ਗਿਆ, ਗੁਰੂ ਸਾਹਿਬ ਕਿਰਪਾ ਕਰਨ ਜਲਦੀ ਜੁੜ ਸਕਣ। ਤੋ ਮੈਂ ਬੇਨਤੀ ਕਰਾਂਗਾ, ਸਾਡੇ ਨਾਲ ਗਿਆਨੀ ਪਰਮਜੀਤ ਸਿੰਘ ਜੀ ਜੁੜ ਚੁੱਕੇ ਨੇ, ਤੇ ਉਹਨਾਂ ਦੇ ਨਾਲ ਅਸੀਂ ਇਹ ਅੱਜ ਦੀ ਵਿਚਾਰ ਚਰਚਾ ਸਾਂਝੀ ਕਰਨੀ ਹੈ। ਮੈਂ ਬੇਨਤੀ ਕਰਾਂਗਾ ਭਾਈ ਪਰਮਜੀਤ ਸਿੰਘ ਹੋਣਾ ਨੂੰ ਕਿ ਉਹ ਆਣ ਕੇ ਅੱਜ ਦਾ ਜਿਹੜਾ ਇਹ ਵਿਸ਼ਾ ਹੈ ਇਹਦੇ ਉੱਤੇ ਵਿਚਾਰ ਕਰਨ। ਤੋ ਦਾਸ ਇੱਥੇ ਫਤਿਹ ਗਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਜੋ ਲਗਾਤਾਰ ਸਿੱਖ ਰਹਿਤ ਮਰਿਆਦਾ ਦੇ ਬਾਰੇ ਭਾਈ ਲਖਬੀਰ ਸਿੰਘ ਜੀ ਤੋਂ ਸ਼ਰਵਣ ਕਰ ਰਹੇ ਹੋ, ਕੜਾਹ ਪ੍ਰਸ਼ਾਦ ਦੀ ਵਿਧੀ ਇਹ ਆਪਾਂ ਕੱਲ ਸ਼ਰਵਣ ਕੀਤੀ। ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ, ਕੜਾਹ ਪ੍ਰਸ਼ਾਦ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਵਾਨ ਕਰਵਾਉਣ ਦੀ ਵਿਧੀ, ਵਰਤਾਉਣ ਦੀ ਵਿਧੀ, ਇਹ ਸਾਰੀਆਂ ਵਿਚਾਰਾਂ ਕੱਲ ਹੋਈਆਂ। ਤੇ ਇਹ ਅਸਲ ਦੇ ਵਿੱਚ, ਕਿਉਂਕਿ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹਦੇ ਹਾਂ ਨਾ, ਤੇ ਇਹ ਗੁਰਦੁਆਰੇ ਜਿਹੜਾ ਆਪਸ਼ਨ ਹੈ ਇਹ ਉਹਦੇ ਅੰਦਰ ਸਾਰਾ ਕੁਝ ਆਉਂਦਾ ਹੈ ਕਿ ਗੁਰਦੁਆਰੇ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ, ਕੀ ਨਹੀਂ ਹੋਣਾ ਚਾਹੀਦਾ। ਅਸਲ ਵਿੱਚ ਨਾ ਅਸੀਂ ਕਈ ਵਾਰ ਇਹ ਜਿਹੜੀਆਂ ਚੀਜ਼ਾਂ ਸਾਡੇ ਜ਼ਿਹਨ ਦੇ ਅੰਦਰ ਹੁੰਦੀਆਂ ਜੀ, ਜਿਵੇਂ ਅਸੀਂ ਸੁਣੀਆਂ ਜਾਂ ਜਿਵੇਂ ਅਸੀਂ ਵੇਖੀਆਂ, ਅਸੀਂ ਉਵੇਂ ਮੰਨਦੇ ਹਾਂ ਕਿ ਗੁਰਦੁਆਰੇ ਵਿੱਚ ਇਹ ਕੁਝ ਹੋਣਾ ਚਾਹੀਦਾ ਹੈ, ਇਹ ਕੁਝ ਨਹੀਂ ਹੋਣਾ ਚਾਹੀਦਾ, ਇਵੇਂ ਸੋਚਦੇ ਹਾਂ। ਪਰ ਸਭ ਤੋਂ ਸੌਖਾ ਕੰਮ ਹੈ ਕਿ ਅਸੀਂ ਨਾ ਕਦੇ ਰਹਿਤ ਮਰਿਆਦਾ ਸਾਡੇ ਕੋਲ ਹੋਵੇ ਤੇ ਉਹਦੇ ਅੰਦਰ ਦੇਖਦੇ ਰਹੀਏ ਕਿ ਗੁਰਦੁਆਰਾ ਕੀ ਹੈ, ਗੁਰਦੁਆਰੇ ਵਿੱਚ ਕਿਹੜਾ ਕਾਰਜ ਕਿਸ ਵੇਲੇ, ਇਹਦੇ ਵਿੱਚ ਪ੍ਰਕਾਸ਼ ਤੋਂ ਲੈ ਕੇ ਤੇ ਸੁਖ ਆਸਣ ਤੱਕ ਵਿਚਕਾਰ ਜੋ ਜੋ ਵੀ ਕਾਰਜ ਨੇ ਉਹ ਸਾਰਿਆਂ ਦਾ ਜ਼ਿਕਰ ਹੈ ਕਿ ਉਹ ਕਿਵੇਂ ਹੋ ਸਕਦੇ ਨੇ ਤੇ ਕਿਵੇਂ ਨਹੀਂ ਕੀਤੇ ਜਾਣਗੇ, ਇਹ ਵੀ ਨਾਲ ਹੈ। ਇਹ ਲਗਾਤਾਰ ਆਪ ਜੀ ਸ਼ਰਵਣ ਕਰ ਰਹੇ ਸੀ, ਬੜੇ ਕਮਾਲ ਦੇ ਬਚਨਖਾਨੇ ਦੇ ਅੰਦਰ। ਇਹਦੇ ਵਿੱਚ ਫਿਰ ਕੀਰਤਨ ਆਇਆ, ਕੀਰਤਨ ਕਿਵੇਂ ਹੋ ਸਕਦਾ ਹੈ, ਫਿਰ ਹੁਕਮ ਕਿਵੇਂ ਲੈਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਸਧਾਰਨ ਪਾਠ ਜਿਹਨੂੰ ਅਸੀਂ ਸਹਿਜ ਪਾਠ ਕਹਿੰਦੇ ਹਾਂ ਉਹ ਕਿਵੇਂ ਹੋ ਸਕਦਾ ਹੈ, ਅਖੰਡ ਪਾਠ ਕਿਵੇਂ ਹੋਏਗਾ, ਸਧਾਰਨ ਪਾਠ ਤੇ ਅਖੰਡ ਪਾਠ ਦੀ ਆਰੰਭਤਾ ਕਿਵੇਂ ਆ, ਉਹਦਾ ਭੋਗ ਕਿਵੇਂ ਪਾਉਣਾ ਹੈ। ਉਦੋਂ ਬਾਅਦ ਕੜਾਹ ਪ੍ਰਸ਼ਾਦ ਦੀ ਵਿਧੀ। ਤੇ ਅੱਜ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਨਾ, ਕਿ ਗੁਰਬਾਣੀ ਦੀ ਕਥਾ, ਇਹ ਜੇ ਤੁਸੀਂ ਜੋ ਸਕਰੀਨ ਦੇ ਉੱਪਰ ਆ ਰਿਹਾ ਨੇ ਇਹਨੂੰ ਪਲੀਜ਼ ਦੇਖੋ ਸਾਰੇ। ਪਹਿਲਾ ਪੂਰਾ ਆਪਸ਼ਨ ਜਿਹੜਾ ਹੈ ਨਾ ਉਹਦੇ ਵਿੱਚ ਕਿ ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ। ਇਹ ਮੈਂ ਨਾਲ ਨਾਲ ਥੋੜਾ ਜਿਹਾ ਤੁਹਾਨੂੰ ਇਹ ਵੀ ਦੱਸਦਾ ਜਾਊਂਗਾ। ਇੱਥੇ ਗੁਰਬਾਣੀ ਦੀ ਕਥਾ ਹੈ, ਜਦੋਂ ਕੀਰਤਨ ਵਾਲਾ ਪਾਸਾ ਅਸੀਂ ਪੜ੍ਹਿਆ ਨਾ, ਕੀਰਤਨ ਕਿਵੇਂ ਆ ਜਾਂ ਕਿਸ ਤਰ੍ਹਾਂ ਹੋ ਸਕਦਾ ਹੈ, ਉੱਥੇ ਵੀ ਜਿਹੜਾ ਪਹਿਲਾ ਊੜਾ ਆਪਸ਼ਨ ਹੈ ਉਹ ਹੈ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। ਕੀਰਤਨ ਦੀ ਗੱਲ ਆਈ ਤੇ ਕੀਰਤਨ ਕੇਵਲ ਸਿੱਖ ਕਰ ਸਕਦਾ ਹੈ, ਤੇ ਕਥਾ ਦੀ ਗੱਲ ਆਈ ਤੇ ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ। ਇਹ ਮੈਂ ਧਿਆਨ ਨਾਲ ਤੁਹਾਨੂੰ ਕਹੂੰਗਾ ਵੀ ਸੁਣਿਓ ਕਿ ਇਹ ਸ਼ਬਦ ਜਿਹੜਾ ਹੈ ਉਹ ਸੰਗਤ ਵਿੱਚ ਹੈ। ਜਦੋਂ ਦੀਵਾਨ ਸਜਿਆ ਹੈ ਉਦੋਂ ਦੀ ਗੱਲ ਹੋ ਰਹੀ ਹੈ। ਆਪਣਾ ਇੰਡੀਵਿਜੂਅਲ ਕੋਈ ਵੀ ਕੀਰਤਨ ਕਰ ਸਕਦਾ ਹੈ, ਉਹਦੀ ਕਿਸੇ ਨੂੰ ਰੋਕ ਨਹੀਂ ਹੈ। ਇੰਡੀਵਿਜੂਅਲੀ ਕੋਈ ਵੀ ਕਥਾ ਕੀਰਤਨ ਕਰ ਸਕਦਾ ਹੈ, ਬਟ ਜਦੋਂ ਗੱਲ ਗੁਰੂ ਘਰ ਦੇ ਅੰਦਰ ਗੁਰਦੁਆਰੇ ਦੇ ਅੰਦਰ ਆਉਂਦੀ ਹੈ ਉਦੋਂ ਸਿਰਫ ਤੇ ਸਿਰਫ ਜਿਹੜਾ ਹੈ ਉਹ ਸਿੱਖ ਹੀ
ਕਥਾ ਕਰ ਸਕਦਾ ਹੈ ਤੇ ਇੱਕ ਸਿੱਖ ਹੀ ਕੀਰਤਨ ਕਰ ਸਕਦਾ। ਉਹਦਾ ਇੱਕ ਰੀਜ਼ਨ ਬੜਾ ਵੱਡਾ ਹੈ। ਗੁਰਦੁਆਰੇ ਦੇ ਅੰਦਰ ਸਿੱਖੀ ਦੇ ਬਾਰੇ ਦੱਸਿਆ ਜਾਂਦਾ ਹੈ, ਸਿੱਖੀ ਨਾਲ ਜੁੜਨ ਦੇ ਬਾਰੇ, ਸਿੱਖ ਬਣਨ ਦੇ ਬਾਰੇ ਦੱਸਿਆ ਜਾਂਦਾ ਹੈ। ਇੱਕ ਨੌਨ ਸਿੱਖ ਜਿਹੜਾ ਹੈ, ਜਾਂ ਕਿਉਂਕਿ ਹੁਣ ਸਹਿਜਧਾਰੀ ਸ਼ਬਦ ਜਿਹੜਾ ਹੈ ਮੈਂ ਤੇ ਖੈਰ ਇਹਨੂੰ ਬਹੁਤ ਘੱਟ ਵਰਤਦਾ, ਇੱਥੇ ਜਾਂ ਤੇ ਸਿੱਖ ਹੈ ਤੇ ਜਾਂ ਨਾ ਸਿੱਖ ਹੈ, ਇੱਕੋ ਗੱਲ ਹੋ ਸਕਦੀ ਹੈ ਦੋਵਾਂ ਦੇ ਵਿੱਚੋਂ। ਇਹ ਨਹੀਂ ਹੋ ਸਕਦਾ ਕਿ ਮੈਂ ਕਹਾਂ ਜੀ ਮੈਂ ਅਜੇ ਹੌਲੀ ਹੌਲੀ ਦੇਖਦਾ ਪਿਆ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 5 ਸਿਰ ਮੰਗੇ ਸੀ ਨਾ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨ ਤੇ 5 ਸਿਰ, ਤੇ 5 ਸਿਰਾਂ ਨੂੰ ਜਦੋਂ ਮੰਗਿਆ ਇੱਕ ਇੱਕ ਕਰਕੇ, ਤੇ ਗੁਰੂ ਸਾਹਿਬ ਨੇ ਇਹ ਨਹੀਂ ਕਿ ਅੱਜ ਮੈਂ ਮੰਗਦਾ ਤੇ ਤੁਸੀਂ ਸੋਚ ਲਿਓ ਕੱਲ ਤੱਕ ਆ ਕੇ ਦੱਸ ਦਿਓ। ਇਹ ਤੇ ਔਨ ਦਾ ਸਪੋਰਟ ਹੀ ਗੱਲ ਹੈ। ਜਾਂ ਅਸੀਂ ਸਿੱਖ ਹਾਂ ਤੇ ਜਾਂ ਅਸੀਂ ਸਿੱਖ ਨਹੀਂ ਹਾਂ, ਇਹਦੇ ਵਿੱਚ ਕੋਈ ਵਿਚਲੀ ਕੋਈ ਗੱਲ ਹੀ ਨਹੀਂ ਹੈ ਜੀ ਮੈਨੂੰ ਕੋਈ ਸਮਾਂ ਚਾਹੀਦਾ, ਮੈਂ 2-4 ਸਾਲ ਵੇਖਾਂ, ਜਾਂ ਇਹ ਨਹੀਂ ਗੱਲ ਹੈ। ਹੁਣ ਜਿੱਥੇ ਬੈਠ ਕੇ ਸਿੱਖੀ ਦੀ ਗੱਲ ਕਰਨੀ ਹੈ, ਧਰਮ ਦੀ ਗੱਲ ਕਰਨੀ ਹੈ ਕਿ ਮੈਂ ਸਿੱਖ ਹਾਂ, ਤੇ ਉਹ ਸਿੱਖ ਹੀ ਅੱਗੇ ਜਾ ਕੇ, ਹੁਣ ਵੇਖੋ ਮੈਂ ਇੱਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇਵਾਂ। ਜੇ ਕਥਾ ਹੋ ਰਹੀ ਹੋਵੇ, ਕਥਾ ਹੋ ਰਹੀ ਹੈ ਅੰਮ੍ਰਿਤ ਸੰਚਾਰ ਤੇ, ਜਿੱਥੇ ਰਹਿਤ ਬਾਰੇ ਦੱਸਿਆ ਜਾ ਰਿਹਾ, ਰਹਿਤ ਬਿਨਾਂ ਨਾ ਸਿੱਖ ਖਾਵੇ, ਰਹਿਤ ਬਿਨਾਂ ਭਰਮ ਚੋਟਾਂ ਖਾਵੇ, ਜਾਂ ਪ੍ਰਥਮ ਰਹਿਤ ਤੇ ਜਾਨ ਖੰਡੇ। ਹੁਣ ਜਿਹੜਾ ਬੰਦਾ ਨੌਨ ਸਿੱਖ ਹੈ, ਜਿਹੜਾ ਆਪ ਅੰਮ੍ਰਿਤਧਾਰੀ ਅਜੇ ਤੱਕ ਨਹੀਂ ਬਣਿਆ, ਉਹ ਕਿਸੇ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਟੇਜ ਤੇ ਬੈਠ ਕੇ ਗੱਲ ਦੱਸੇ ਤੇ ਉਹ ਗੱਲ ਚੰਗੀ ਨਹੀਂ ਲੱਗਦੀ ਕਿ ਤੁਸੀਂ ਅੰਮ੍ਰਿਤ ਛਕੋ, ਤੇ ਸਾਹਮਣੇ ਵਾਲੇ ਨੇ ਉੱਠ ਕੇ ਕਹਿਣਾ ਵੀ ਤੂੰ ਕਿਵੇਂ ਕਹਿ ਸਕਦਾ ਵੀ ਤੂੰ ਤੇ ਆਪ ਹੀ ਨਹੀਂ ਛਕਿਆ, ਤੂੰ ਇਹ ਗੱਲ ਕਿਵੇਂ ਕਹਿ ਸਕਦਾ ਹੈ ਵੀ ਤੁਸੀਂ ਤੇ ਆਪ ਅੰਮ੍ਰਿਤ ਨਹੀਂ ਛਕਿਆ ਤੇ ਤੁਸੀਂ ਇਹ ਕਿਵੇਂ ਕਿਸੇ ਨੂੰ ਕਹੋਗੇ। ਇਹ ਬੜੀਆਂ ਜ਼ਰੂਰੀ ਚੀਜ਼ਾਂ ਨੇ ਕਿ ਸੰਗਤ ਵਿੱਚ ਗੁਰਬਾਣੀ ਦੀ ਕਥਾ ਜਿਹੜੀ ਉਹ ਸਿੱਖ ਹੀ ਕਰੇ। ਇਹ ਨੈਚੁਰਲੀ ਇੱਕ ਦੋ ਬੀਬੀਆਂ ਵੀ ਵੇਖੀਆਂ ਨੇ, ਉਹ ਬੜਾ ਚੰਗਾ ਮੇਕਅਪ ਉਹਨਾਂ ਨੇ ਕੀਤਾ ਹੁੰਦਾ ਹੈ ਤੇ ਕਥਾ ਕਰ ਰਹੀਆਂ ਹੁੰਦੀਆਂ ਨੇ ਕਈ ਸਟੇਜਾਂ ਤੇ ਬੈਠ ਕੇ। ਇਹ ਜ਼ਰੂਰੀ ਚੀਜ਼ਾਂ ਹੈ ਕਿ ਸਿੱਖ, ਪਹਿਲੀ ਗੱਲ ਤੇ ਉਹਦਾ ਜੀਵਨ ਬੜਾ ਸਿੰਪਲ, ਬੜੀ ਸਾਦਗੀ ਵਾਲਾ ਹੋਣਾ ਚਾਹੀਦਾ ਹੈ। ਸਾਦਗੀ ਵਾਲੇ ਤੋਂ ਸਮਝ ਲਿਓ ਤੁਸੀਂ, ਜੇ ਭੜਕੀਲੇ ਕੱਪੜੇ ਪਾ ਕੇ ਜਾਂ ਕੁਝ ਉਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਅਸੀਂ ਸਿੱਖ ਬਣਨ ਦੀ ਕੋਸ਼ਿਸ਼ ਕਰੀਏ ਜਾਂ ਪ੍ਰਚਾਰ ਕਰਨ ਦੀ, ਉਹ ਗੱਲ ਨਹੀਂ ਬਣੇਗੀ, ਕਿਸੇ ਤੇ ਪ੍ਰਭਾਵ ਨਹੀਂ ਪਏਗਾ। ਖੈਰ, ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ, ਸਿੱਖ ਹੀ ਕਰ ਸਕਦਾ ਹੈ, ਉਹ ਹੀ ਕਰੇਗਾ। ਕਿਉਂਕਿ ਆ ਜਿਹੜਾ ਦੂਜਾ ਇਹਦਾ ਪੁਆਇੰਟ ਹੈ ਨਾ, ਐੜੇ ਵਿੱਚ ਹੋਰ ਖੋਲ ਦਿੱਤਾ ਗਿਆ ਕਿ ਕਥਾ ਦਾ ਮਨੋਰਥ ਗੁਰਮਤ ਦ੍ਰਿੜਾਉਣਾ ਹੀ ਹੋਵੇ। ਕਥਾ ਦੇ ਵਿੱਚ ਸਿਰਫ ਗੁਰਮਤ ਹੀ ਦੱਸੀ ਜਾ ਸਕਦੀ ਹੈ, ਗੁਰਮਤ ਹੀ ਦ੍ਰਿੜ ਕਰਵਾਈ ਜਾ ਸਕਦੀ ਹੈ ਕਿ ਗੁਰੂ ਦੀ ਮੱਤ ਕੀ ਕਹਿੰਦੀ ਹੈ। ਹੁਣ ਕਥਾ ਕਰਨ ਵਾਲਾ ਗੁਰੂ ਦੀ ਮੱਤ ਦੇ ਅਨੁਸਾਰ ਨਾ ਹੋਵੇ ਤੇ ਉਹ ਗੁਰੂ ਦੀ ਮੱਤ ਕਿਵੇਂ ਦ੍ਰਿੜ ਕਰਾਏਗਾ। ਜਾਂ ਮੈਂ ਸਿੱਧੇ ਜਿਹੇ ਸ਼ਬਦ ਵਰਤਾਂ, ਕਈਆਂ ਨੂੰ ਇਹ ਚੰਗੇ ਨਹੀਂ ਲੱਗਣਗੇ, ਕਿ ਕਥਾ ਕਰਨ ਵਾਲਾ ਆਪ ਘੋਨਾ ਮੋਨਾ ਹੋਵੇ ਤੇ ਦੂਜਿਆਂ ਨੂੰ ਸਾਹਮਣੇ ਕਹੀ ਜਾਵੇ ਵੀ ਸਿੱਖ ਬਣੋ, ਕੇਸ ਰੱਖੋ, 5 ਕੱਕਿਆਂ ਦੇ ਧਾਰਨੀ ਬਣੋ, ਤੇ ਗੱਲ ਨਹੀਂ ਨਾ ਬਣੇਗੀ। ਤਾਂ ਇਹ ਪੰਥ ਨੇ ਬੜੇ ਸੋਚ ਸਮਝ ਕੇ ਫੈਸਲਾ ਕੀਤਾ ਹੈ ਕਿ ਸੰਗਤ ਵਿੱਚ ਗੁਰਬਾਣੀ ਕਿਉਂ। ਇੱਕ ਹੋਰ ਗੱਲ ਵੀ ਹੈ ਕਿ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਵੀ ਕਿਹਾ ਹੈ ਕਿ ਸਭ ਤੇ ਉੱਤਮ ਹਰ ਕੀ ਕਥਾ। ਸਭ ਤੋਂ ਉੱਤਮ ਜਿਹੜੀ ਹੈ ਨਾ, ਉਹ ਪ੍ਰਮਾਤਮਾ ਦੀ ਵਿਚਾਰ ਹੈ, ਉਹਦੀ ਕਥਾ ਹੈ, ਉਹਦੇ ਬਾਰੇ ਦੱਸਣਾ ਹੈ, ਉਹਦੇ ਬਾਰੇ ਗੱਲਬਾਤ ਕਰਨੀ ਹੈ। ਸਭ ਤੇ ਉੱਤਮ ਹਰ ਕੀ ਕਥਾ। ਫਿਰ ਅੱਗੇ ਕਿਹਾ, ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਸੁਣਤ, ਪ੍ਰਮਾਤਮਾ ਦਾ ਨਾਮ ਜਿਹੜਾ ਕਥਾ ਵਿੱਚ, ਉਹ ਸੁਣ ਕੇ ਜਿਹੜਾ ਨਾ ਦਰਦ ਦੁੱਖ ਖਤਮ ਹੋ ਜਾਂਦੇ ਨੇ। ਇਹ ਸਭ ਤੇ ਉੱਤਮ ਹੈ। ਕਥਾ ਕੀਰਤਨ ਸੁਖਦਾਈ 2 ਸ਼ਬਦ ਵਰਤੇ ਨੇ। ਸੱਚਮੁੱਚ ਸੁਖਦਾਈ ਨੇ, ਕਥਾ ਵੀ ਸੁਖ ਦੇਣ ਵਾਲੀ, ਕੀਰਤਨ ਵੀ ਸੁਖ ਦੇਣ ਵਾਲਾ ਹੈ। ਪਰ ਇੱਕ ਗੱਲ ਹੋਰ ਸਮਝਿਓ ਕਿ ਕੀਰਤਨ ਜਿਹੜਾ ਹੈ ਉਹ ਪਹਿਲਾਂ ਆਇਆ ਹੈ ਤੇ ਕਥਾ ਬਾਅਦ ਵਿੱਚ ਆਈ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ, ਤੇ ਆਮ ਤੌਰ ਤੇ ਗੁਰੂ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਪਹਿਲਾਂ ਕੀਰਤਨ ਉਪਰੰਤ ਜਿਹੜੀ ਉਹ ਕਥਾ ਹੁੰਦੀ ਹੈ। ਉਹਦਾ ਕਾਰਨ ਵੀ ਇੱਕ ਕਹਿੰਦੇ, ਵੇਖੋ ਜਿਵੇਂ ਜ਼ਮੀਨ ਦੇ ਉੱਪਰ ਗੰਦਗੀ ਪਈ ਹੋਵੇ ਨਾ, ਸਾਡਾ ਜਿਹੜਾ ਸਰੀਰ ਹੈ, ਤਨ ਹੈ, ਇਹਨੂੰ ਇੱਕ ਜ਼ਮੀਨ ਸਮਝ ਲਈ ਅਸੀਂ, ਮੰਨ ਲਓ ਤਨ ਮਨ ਨੂੰ ਜ਼ਮੀਨ ਸਮਝ ਲਿਆ। ਜੇ ਜ਼ਮੀਨ ਦੇ ਉੱਪਰ ਕੋਈ ਗੰਦਗੀ ਪਈ ਹੈ ਤੇ ਅਸੀਂ ਕੀ ਕਰਦੇ ਹਾਂ ਵੀ ਉਹਨੂੰ ਗੰਦਗੀ ਨੂੰ ਸਾਫ਼ ਕਰਦੇ ਹਾਂ। ਹੁਣ ਵਿਦਵਾਨ ਸੱਜਣ ਕਹਿੰਦੇ ਨੇ ਕਿ ਜਿਹੜਾ ਮੀਂਹ ਹੈ, ਜਿਹੜਾ ਕੀਰਤਨ ਹੈ ਨਾ, ਉਹ ਮੀਂਹ ਦੀ ਤਰ੍ਹਾਂ ਹੈ, ਮੂਸਲੇ ਧਾਰ ਮੀਂਹ, ਜਿਹੜਾ ਬੜਾ ਤੇਜ਼ ਮੀਂਹ ਪੈਂਦਾ ਹੈ ਨਾ ਜ਼ਮੀਨ ਦੇ ਉੱਪਰ,
ਜਿਹੜਾ ਕੀਰਤਨ ਹੈ ਉਹ ਉਸ ਮੀਂਹ ਦੀ ਤਰ੍ਹਾਂ ਹੈ, ਉਹ ਪੈਂਦਾ ਹੈ ਧਰਤੀ ਦੇ ਉੱਪਰ ਤੇ ਸਭ ਗੰਦ ਗੁੰਦ ਜੋ ਕੁਝ ਉਹਨੂੰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਉਸ ਤੋਂ ਬਾਅਦ ਫਿਰ ਜਿਹੜੀ ਕਥਾ ਹੈ ਨਾ, ਕਹਿੰਦੇ ਕਿਨ-ਮਿਨ ਮੀਂਹ ਹੁੰਦਾ ਹੈ, ਕਣੀਆਂ ਜਿਵੇਂ ਪੈਂਦੀਆਂ ਨਾ, ਝੜੀ ਲੱਗੀ ਹੁੰਦੀ ਹੈ। ਇਹ ਫਿਰ ਜਿਵੇਂ ਜਿਵੇਂ ਜ਼ਮੀਨ ਤੇ ਡਿੱਗਦੀਆਂ ਨੇ ਉਵੇਂ ਉਵੇਂ ਜ਼ਮੀਨ ਦੇ ਅੰਦਰ ਹੀ ਵੜਦੀਆਂ ਜਾਂਦੀਆਂ ਨੇ। ਉਹ ਅਸਰ ਕਰਦੀ ਹੈ ਕਥਾ। ਕੀਰਤਨ ਤੇ ਕਥਾ ਦਾ ਆਪਣਾ ਇੱਕ ਮਹੱਤਵ ਹੈ। ਕੀਰਤਨ ਤਾਂ ਪਹਿਲਾਂ ਰੱਖਿਆ ਗਿਆ ਤੇ ਕਥਾ ਜਿਹੜੀ ਹੈ ਉਹ ਵਿਖਿਆਨ ਬਾਅਦ ਵਿੱਚ ਰੱਖਿਆ ਗਿਆ। ਤੇ ਕਥਾ ਦੇ ਵਿੱਚ ਕਥਾ ਦਾ ਮਨੋਰਥ ਗੁਰਮਤ ਦਰੜਾਉਣਾ ਹੀ ਹੋਵੇ, ਉੱਥੇ ਸਿਰਫ ਗੁਰੂ ਦੀ ਮੱਤ ਦੀ ਗੱਲ ਕੀਤੀ ਜਾਏ ਕਿ ਗੁਰੂ ਕੀ ਕਹਿ ਰਿਹਾ ਹੈ। ਜਾਂ ਦੂਜਾ ਪਾਸਾ ਵੀ ਅਸੀਂ ਲੈ ਕੇ ਚੱਲਦੇ ਹਾਂ। ਜਿਵੇਂ ਮੈਂ ਇੱਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇ ਦਿਆਂ। ਅਸੀਂ ਨਾ ਪੰਕਤੀ ਬੜੀ ਪੜ੍ਹਦੇ ਹਾਂ ਕਿਉਂਕਿ ਸਾਨੂੰ ਯਾਦ ਹੈ ਸ਼ਲੋਕ ਜਪਜੀ ਸਾਹਿਬ ਦਾ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇੱਕ ਪਾਸਾ ਲੈ ਲਿਆ ਅਸੀਂ, ਇਹ ਸੁਣਾ ਦਿੱਤਾ, ਸਾਨੂੰ ਸਾਰਿਆਂ ਨੂੰ ਇਹ ਯਾਦ ਵੀ ਹੈ। ਪਰ ਇਹਦਾ ਇੱਕ ਦੂਜਾ ਪਾਸਾ ਵੀ ਹੈਗਾ। ਕਥਾ ਤਾਂ ਹੈ ਕਿ ਜਿੱਥੇ ਗੁਰਮਤ ਵੀ ਦ੍ਰਿੜ ਕਰਾਉਣੀ ਹੈ, ਉੱਥੇ ਇਹ ਵੀ ਦੱਸਣਾ ਹੈ ਕਿ ਅਸੀਂ ਦੂਰ ਕਿਵੇਂ ਹੁੰਦੇ ਜਾ ਰਹੇ ਹਾਂ। ਜੇ ਦੂਰ ਹੋਵਾਂਗੇ ਗੁਰੂ ਦੀ ਮੱਤ ਤੋਂ, ਸਾਡੀ ਹਾਲਤ ਕੀ ਹੋਏਗੀ। ਇੱਕ ਪਾਸੇ ਜਿਨੀ ਨਾਮ ਧਿਆਇਆ ਦਾ ਜ਼ਿਕਰ ਹੈ, ਦੂਜੇ ਪਾਸੇ ਗੁਰਬਾਣੀ ਨੇ ਇਹ ਵੀ ਕਹਿ ਦਿੱਤਾ ਕਿ ਜਿਨੀ ਨਾਮ ਵਿਸਾਰਿਆ, ਨਾਮ ਧਿਆਇਆ ਜਪਿਆ ਤੇ ਵਿਸਾਰਿਆ ਜਿਹਨੇ ਭੁਲਾ ਦਿੱਤਾ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ। ਤੇ ਗੁਰੂ ਸਾਹਿਬ ਨੇ ਕੀ ਆਖਿਆ, ਨਾਨਕ ਜਮਪੁਰ ਬੱਧੇ ਮਾਰੀਆਂ ਜਿਉ ਸੰਨੀ ਉੱਪਰ ਚੋਰ। ਉਹ ਜਮਾਂ ਦੀ ਪੁਰੀ ਤੇ ਬੰਨੇ ਮਾਰੇ ਜਾਣਗੇ, ਸਜ਼ਾ ਮਿਲੇਗੀ ਉਹਨਾਂ ਨੂੰ। ਹੁਣ ਜੇ ਗੁਰਬਾਣੀ ਦੇ ਅੰਦਰ ਸਿਰਫ ਸਿਫਤ ਹੀ ਕੀਤੀ ਜਾਵੇ, ਕਥਾ ਦੇ ਵਿੱਚ ਸਿਰਫ ਸਿਫਤ ਹੀ ਕੀਤੀ ਜਾਏ, ਤੇ ਸਾਡੇ ਔਗਣ, ਕਿਉਂਕਿ ਗੁਰਬਾਣੀ ਨੇ ਵੀ ਸਾਡੇ ਔਗਣ ਦੱਸੇ ਨੇ ਵੀ ਹਾਂ ਵੀ ਬੰਦਿਆ ਤੇਰੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਬਾਹਰ ਕੱਢੇਗਾ ਤਾਂ ਗੁਰੂ ਦੇ ਦਰ ਤੇ ਪ੍ਰਵਾਨ ਹੋਏਗਾ। ਇਹ ਕਥਾ ਦਾ ਇੱਕ ਤਰੀਕਾ ਹੈ। ਪਰ ਹੋ ਕੀ ਰਿਹਾ ਹੈ ਹੁਣ, ਕਈ ਵਾਰ ਜਿਹੜੇ ਮਤਲਬ ਪ੍ਰੋਫੈਸ਼ਨਲ ਕਥਾਵਾਚਕ ਗੁਰਦੁਆਰਿਆਂ ਦੇ ਵਿੱਚ ਕਥਾ ਕਰਦੇ ਨੇ, ਉਹ ਜਦੋਂ ਇਹ ਗੱਲਾਂ ਸੰਗਤ ਦੇ ਵਿੱਚ ਕੀਤੀਆਂ ਜਾਂਦੀਆਂ, ਮੇਰੇ ਵਰਗੇ ਤੇ ਬੜੇ ਇਹੀ ਸੋਚਣ ਲੱਗ ਪੈਂਦੇ ਕਿ ਬਾਬਾ ਹੁਣ ਸਾਨੂੰ ਸੁਣਾਉਣ ਲੱਗ ਪਿਆ, ਕਿ ਬਾਬਾ ਹੁਣ ਸਾਨੂੰ ਸੁਣਾਉਂਦਾ ਹੈ ਕਥਾ। ਉਹ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਉਦਾਹਰਨਾਂ ਦੇ ਰਿਹਾ ਬਾਣੀ ਦੇ ਵਿੱਚੋਂ। ਤੇ ਜੇ ਮੈਂ ਆਪਣੇ ਤੇ ਗੱਲ ਲੈ ਕੇ ਜਾ ਰਿਹਾ, ਜੇ ਮੈਂ ਚੋਰ ਹਾਂ ਤੇ ਮੈਨੂੰ ਤਾਂ ਲੱਗਣਾ ਹੈ ਕਿ ਉਹ ਮੈਨੂੰ ਹੀ ਕਹਿ ਰਿਹਾ, ਪਰ ਗੁਰਬਾਣੀ ਤੇ ਸਭ ਨੂੰ ਕਹਿ ਰਹੀ ਹੈ। ਇੱਕ ਫਰਕ ਹੈ ਇਸ ਚੀਜ਼ ਦਾ। ਕਥਾ ਦਾ ਮਨੋਰਥ ਗੁਰਮਤ ਦ੍ਰਿੜ ਕਰਾਉਣਾ ਹੀ ਹੈ, ਪਰ ਪੱਖ ਦੋਨੋਂ ਹੀ ਰੱਖਣੇ ਨੇ ਕਥਾਵਾਚਕ ਨੇ, ਕਥਾ ਕਰਨ ਵਾਲੇ ਨੇ, ਜਿਹੜਾ ਕਥਾ ਸ਼ਰਵਣ ਕਰਵਾ ਰਿਹਾ ਹੈ ਉਹਨੇ ਇਹ ਵੀ ਦੱਸਣਾ ਹੈ ਕਿ ਆਹ ਕਰਮ ਕਰਨ ਦੇ ਨਾਲ ਪਰਮਾਤਮਾ ਦੇ ਨੇੜੇ, ਗੁਰੂ ਦੁਆਰਾ ਪਰਮਾਤਮਾ ਦੇ ਨੇੜੇ ਪਹੁੰਚਿਆ ਜਾਏਗਾ, ਤੇ ਆਹ ਕਰਮ ਕਰਨ ਦੇ ਨਾਲ ਉਹਦੇ ਤੋਂ ਦੂਰ ਹੋਇਆ ਜਾਏਗਾ। ਉੱਥੇ ਕਦੇ ਵੀ ਮਨ ਦੇ ਅੰਦਰ ਇਹ ਨਹੀਂ ਲੈ ਕੇ ਆਉਣਾ ਕਿ ਮੇਰੇ ਤੇ ਗੱਲ ਲੱਗ ਰਹੀ ਜਾਂ ਸਾਡੇ ਤੇ ਲਾ ਰਿਹਾ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ, ਕਿਉਂਕਿ ਗੁਰਬਾਣੀ ਵਿੱਚ ਸਾਡਾ ਜੀਵਨ ਹੀ ਹੈ ਸਾਰਾ, ਜੋ ਅਸੀਂ ਕਰਦੇ ਹਾਂ ਜਾਂ ਕਰਨਾ ਹੈ ਸਭ ਉਹਦੇ ਬਾਰੇ ਹੀ ਹੈ। ਉਸ ਤੋਂ ਬਾਅਦ ਜਿਹੜਾ ਈੜੀ ਆਪਸ਼ਨ ਹੈ ਨਾ, ਹੁਣ ਇਹ ਥੋੜਾ ਜਿਹਾ ਧਿਆਨ ਨਾਲ ਸੁਣਨਾ ਹੈ ਕਿ ਕਥਾ ਜਿਹੜੀ ਹੈ ਉਹ ਕਿਸ ਕਿਸ ਦੀ ਸਕਦੀ ਹੈ। ਕਹਿੰਦੇ ਸੰਗਤ ਕਥਾ 10 ਗੁਰੂ ਸਾਹਿਬਾਨ ਦੀ ਬਾਣੀ। ਇਹ ਧਿਆਨ ਨਾਲ ਸੁਣਿਓ, 10 ਗੁਰੂ ਸਾਹਿਬਾਨ ਸ਼ਬਦ ਵਰਤਿਆ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਇੱਥੇ 10 ਗੁਰੂ ਸਾਹਿਬਾਨਾਂ ਦੀ ਬਾਣੀ ਦੀ ਕਥਾ ਦੀ ਗੱਲ ਜਿਹੜੀ ਹੈ ਉਹ ਸਿੱਖ ਪੰਥ ਨੇ ਕਹੀ ਹੈ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵੀ ਆਉਂਦੀ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਤੇ ਸਮੁੱਚਾ ਹੈ ਹੀ ਹੈ ਨਾ, ਜਿਹਦੀ ਕਥਾ ਅਸੀਂ ਕਰਨੀ ਹੈ, ਉਹਦੀ ਬਾਣੀ ਦੀ ਕਥਾ ਕਰਨੀ ਹੈ। ਬਾਕੀ ਆਖਿਆ ਗਿਆ, ਕਹਿੰਦੇ 10 ਕਥਾ 10 ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ। ਇਹ ਭਾਈ ਗੁਰਦਾਸ ਜੀ ਪਹਿਲੇ ਹੋਏ ਨੇ, ਭਾਈ ਗੁਰਦਾਸ 2 ਹੋਏ ਨੇ। ਮੈਂ ਵੀ ਥੋੜੀ ਜਿਹੀ ਡਿਟੇਲ ਤੁਹਾਨੂੰ ਦੇ ਦੇਵਾਂ। ਦੂਜੇ ਜਿਹੜੇ ਹੋਏ ਨੇ ਉਹ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਲਿਖਿਆ ਹੈ ਨਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਭਾਈ ਗੁਰਦਾਸ ਦੂਜੇ ਹੋਏ ਨੇ ਗੁਰੂ ਗੋਬਿੰਦ ਸਿੰਘ ਦੇ ਸਮੇਂ। ਇਹ ਭਾਈ ਗੁਰਦਾਸ ਉਹ ਹਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਸੁਭਾਗ ਮਿਲਿਆ। ਭਾਈ ਗੁਰਦਾਸ ਜੀ ਦੀਆਂ ਇਹਨਾਂ ਦੀਆਂ 40 ਵਾਰਾਂ ਨੇ, 40 ਵਾਰਾਂ ਨੇ ਇਹਨਾਂ ਦੀਆਂ। ਉਹਨਾਂ ਦੀ ਕਥਾ ਉਹਨਾਂ ਦੇ ਵਿੱਚੋਂ ਮਤਲਬ ਹੋ ਸਕਦੀ ਹੈ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਦੇ ਕਵਿੱਤ ਵੀ ਹਨ। ਇਹਨਾਂ ਦੇ ਕਵਿੱਤ ਵੀ ਇਹਨਾਂ ਨੇ ਲਿਖੇ ਨੇ,
ਉਹਨਾਂ ਤੁਸੀਂ ਕਿਤੇ ਸਮਾਂ ਮਿਲੇ ਨਾ ਭਾਈ ਗੁਰਦਾਸ ਦੀਆਂ ਵਾਰਾਂ ਤੇ ਭਾਈ ਗੁਰਦਾਸ ਦੇ ਕਵਿ ਤਰਥਾਂ ਸਮੇਤ ਪੜੋ, ਬੜਾ ਆਨੰਦ ਹੈ ਉਹਦੇ ਵਿੱਚ। ਇਹਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਗਿਆ ਹੈ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਨਾ ਪੁਰਾਤਨ ਵਿਦਵਾਨ ਗੁਰਬਾਣੀ ਦੀ ਕੁੰਜੀ ਕਹਿੰਦੇ ਸਨ। ਉਹ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਣ ਦੇ ਦਿਆਂ, ਕੁੰਜੀ ਕਿਉਂ ਕਹਿੰਦੇ ਸਨ। ਅੱਜ ਕੱਲ ਦੇ ਵਿਦਵਾਨ ਤੇ ਨਹੀਂ ਮੰਨਦੇ, ਸਿਆਣੇ ਜ਼ਿਆਦਾ ਹੋ ਗਏ ਭਰਾ। ਉਹ ਕੀ ਹੁੰਦਾ ਸੀ ਕਿ ਪਹਿਲਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਵੀ ਗਣਕਾ, ਜਿਹੜੀ ਗਣਕਾ ਏ ਉਹ ਪਾਪ ਕਰਨ ਵਾਲੀ ਸੀ ਤੇ ਪ੍ਰਮਾਤਮਾ ਦੀ ਬੰਦਗੀ ਕੀਤੀ ਤੇ ਗਣਕਾ ਦਾ ਉਧਾਰ ਹੋ ਗਿਆ। ਸੂਆ ਪੜਾਵਤ ਗਣਕਾ ਉਦਰੀ ਸੋ ਹਰ ਨੈਣੋ ਕੀ ਪੁੱਤਰੀ। ਵੇਖੋ ਗੁਰਬਾਣੀ ਨੇ ਇੰਨੀ ਗੱਲ ਕਹਿਤੀ ਵੀ ਸੂਆ ਪੜਾਵਤ ਗਣਕਾ ਉਦਰੀ, ਕਿ ਗਣਕਾ ਜਿਹੜੀ ਉਹ ਤੋਤੇ ਨੂੰ ਪੜਾਉਂਦਿਆਂ ਉਹਦਾ ਵੀ ਉਧਾਰ ਹੋ ਗਿਆ, ਪਾਰ ਉਤਾਰਾ ਹੋ ਗਿਆ। ਹੁਣ ਇਹਦੇ ਪਿੱਛੇ ਸਾਨੂੰ ਕਿਵੇਂ ਪਤਾ ਲੱਗੇ ਕਿ ਕਿਵੇਂ ਹੋਇਆ? ਫਿਰ ਮੇਰੀ ਗੱਲ ਨੂੰ ਸਮਝਿਓ ਧਿਆਨ ਨਾਲ, ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਸੂਆ ਪੜਾਵਤ ਗਣਕਾ ਉਦਰੀ ਕਿਵੇਂ ਆ? ਉਹ ਫਿਰ ਭਾਈ ਗੁਰਦਾਸ ਨੂੰ ਜਦੋਂ ਪੜ੍ਹਦੇ ਆ ਨਾ, ਫਿਰ ਉਹ ਪੂਰੀ ਡਿਟੇਲ ਉਹਨਾਂ ਨੇ ਦਿੱਤੀ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖੜੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਤੋਤਾ। ਇੱਥੇ ਤੋਤਾ ਲਿਖਿਆ, ਉੱਥੇ ਗੁਰਬਾਣੀ ਨੇ ਸੂਆ ਸ਼ਬਦ ਲਿਖਿਆ। ਸੂਆ ਤੋਤੇ ਨੂੰ ਕਿਹਾ ਜਾਂਦਾ ਹੈ। ਹੱਥੋਂ ਉਸਨੂੰ ਦਿੱਤੋ ਤੋਤਾ, ਰਾਮ ਨਾਮ ਉਪਦੇਸ਼ ਕਰ, ਰਾਮ ਦੇ ਨਾਮ ਦਾ ਉਪਦੇਸ਼ ਦਿੱਤਾ ਉਹਨੂੰ। ਮਤਲਬ ਉੱਥੇ ਭਾਈ ਗੁਰਦਾਸ ਨੇ ਉਸ ਗੱਲ ਨੂੰ ਪੂਰਾ ਖੋਲ ਕੇ ਰੱਖ ਦਿੱਤਾ ਕਿ ਜੋ ਗੁਰਬਾਣੀ ਨੇ, ਤਾਂ ਇਹਨੂੰ ਭਾਈ ਗੁਰਦਾਸ ਜੀ ਨੂੰ, ਬਾਣੀ ਨੂੰ, ਇਹਨਾਂ ਦੀ ਜੋ ਸ਼ਬਦ ਨੇ, ਇਹਨਾਂ ਦੀ ਜੋ ਰਚਨਾ ਹੈ, ਉਹਨੂੰ ਗੁਰਬਾਣੀ ਦੀ ਕੁੰਜੀ ਤਾਂ ਕਿਹਾ ਗਿਆ। ਸਿੱਖ ਰਹਿਤ ਮਰਿਆਦਾ ਨੇ ਆਖਿਆ ਕਿ 10 ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਇਹਨਾਂ ਦੀਆਂ ਵਾਰਾਂ ਨੇ, ਇਹਨਾਂ ਦੇ ਕਵਿੱਤ ਨੇ। ਵਾਰਾਂ ਦੇ ਵਿੱਚ ਬੜੇ ਸਿੱਖਾਂ ਦਾ ਜ਼ਿਕਰ ਵੀ ਆਉਂਦਾ ਜੇ। ਵਾਰਾਂ ਦੇ ਵਿੱਚ ਗੁਰੂ ਸਾਹਿਬ ਦੇ ਇਤਿਹਾਸ, ਪਹਿਲੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਹੈ, ਬੜੇ ਇਤਿਹਾਸ ਦਾ ਜ਼ਿਕਰ ਇਹਦੇ ਵਿੱਚ। ਕਵਿਤਾਂ ਦੇ ਅੰਦਰ ਬੜੀਆਂ ਉਦਾਹਰਨਾਂ ਕਮਾਲ ਦੀਆਂ ਦਿੱਤੀਆਂ ਗਈਆਂ, ਭਾਈ ਗੁਰਦਾਸ ਜੀ ਨੇ ਦਿੱਤੀਆਂ। 11ਵੀਂ ਵਾਰ ਉਹਦੇ ਅੰਦਰ ਭਗਤਾਂ, ਉਹਦੇ ਅੰਦਰ ਸਿੱਖਾਂ ਦਾ ਜ਼ਿਕਰ ਹੈ। 10ਵੀਂ ਵਾਰ ਦੇ ਅੰਦਰ ਭਗਤਾਂ ਦਾ ਜ਼ਿਕਰ ਹੈ। ਜਿਹੜੀ 10ਵੀਂ ਵਾਰ ਹੈ ਨਾ ਭਾਈ ਗੁਰਦਾਸ ਦੀ, ਉਹਦੇ ਅੰਦਰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਆਏ ਨੇ, ਜਿਹੜੇ ਨਾਮ ਨੇ, ਜਿਵੇਂ ਭਗਤ ਅਜਾਮਲ ਹੋ ਗਿਆ, ਜਿਵੇਂ ਗਣਕਾ ਹੋ ਗਈ, ਜਿਵੇਂ ਭਗਤ ਪ੍ਰਹਿਲਾਦ ਹੋ ਗਿਆ, ਧਰੂ ਹੋ ਗਿਆ। ਉਹਦੀ ਪਹਿਲੀ ਜਿਹੜੀ ਪੌੜੀ ਹੈ ਨਾ 11ਵੀਂ ਵਾਰ ਦੀ, ਉਹ ਇਹੀ ਹੈ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿਕਾ ਮਾਂ ਪੁੱਛੈ। ਇਹ ਭਾਈ ਵਾਹਿਗੁਰੂ ਭਾਈ ਸਾਹਿਬ ਜੀ ਨੇ ਇਹਦੇ ਅੰਦਰ ਧਰੂ ਦਾ ਇਤਿਹਾਸ ਦੇ ਦਿੱਤਾ ਸਾਰਾ। ਇਹ ਕਿਤੇ ਸਮਾਂ ਮਿਲੇ ਨਾ ਪੜ੍ਹਿਆ ਕਰੋ ਜ਼ਰੂਰ। ਇਕੱਲੇ ਮੈਂ ਤਾਂ ਵਾਰ-ਵਾਰ ਕਹਿੰਦਾ ਹੁੰਦਾ ਕਿ ਸਾਡੇ ਤੇ ਡਿਪੈਂਡ ਨਾ ਰਿਹਾ ਕਰੋ। ਇਹ ਸਿੱਖ ਅਸੀਂ ਹਾਂ ਤੇ ਅਸੀਂ ਖੁਦ ਵੀ ਬਾਣੀ ਪੜ੍ਹ ਸਕਦੇ ਹਾਂ। ਭਾਈ ਗੁਰਦਾਸ ਜੀ ਦੀ ਵੀ ਜੋ ਹੈ ਰਚਨਾ, ਉਹਦੀ ਵੀ ਕਥਾ ਹੋ ਸਕਦੀ ਹੈ। ਉਸ ਤੋਂ ਬਾਅਦ ਭਾਈ ਨੰਦ ਲਾਲ, ਭਾਈ ਨੰਦ ਲਾਲ ਜੀ, ਬਾਅਦ ਵਿੱਚ ਇਹਨਾਂ ਨੂੰ ਭਾਈ ਨੰਦ ਲਾਲ ਸਿੰਘ ਵੀ ਬਹੁਤ ਥਾਵਾਂ ਤੇ ਲਿਖਿਆ ਮਿਲਦਾ ਹੈ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਸਨ। ਗੁਰੂ ਗੋਬਿੰਦ ਸਿੰਘ ਕੋਲ ਆਏ, ਵਿਦਵਾਨ ਬੜੇ ਸਨ, ਸੰਸਕ੍ਰਿਤ ਦੇ, ਫਾਰਸੀ ਦੇ ਬੜੇ ਵਿਦਵਾਨ ਸਨ। ਇਹਨਾਂ ਦਾ ਵੀ ਇਤਿਹਾਸ ਬੜਾ ਲੰਮਾ ਹੈ। ਬਾਦਸ਼ਾਹ ਨੇ ਕਿਹਾ ਸੀ ਕਿ ਮੁਸਲਮਾਨ ਬਣ ਜਾਓ। ਇਹਨਾਂ ਵਿਦਵਾਨ ਬੰਦਾ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਰਹਿ ਸਕਦਾ, ਤੇ ਇਹਨਾਂ ਨੂੰ ਪਤਾ ਸੀ ਕਿ ਜੇ ਮੈਂ ਮੁਸਲਮਾਨ ਨਾ ਬਣਿਆ ਤੇ ਮੈਨੂੰ ਕਤਲ ਕਰ ਦਿੱਤਾ ਜਾਏਗਾ, ਮੈਨੂੰ ਛੱਡਣਗੇ ਨਹੀਂ ਹੈ। ਇਹਨੂੰ ਇਹ ਵੀ ਪਤਾ ਸੀ ਕਿ ਜੇ ਦੁਨੀਆ ਦੇ ਵਿੱਚ ਬਾਦਸ਼ਾਹ ਦੇ ਸਾਹਮਣੇ ਖੜ ਕੇ ਕੋਈ ਮੈਨੂੰ ਬਚਾਉਣ ਵਾਲਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਦੇ, ਕੋਈ ਹੋਰ ਨਹੀਂ ਹੈ। ਇਹ ਤਾਂ ਹੀ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆ ਗਿਆ ਸੀ। ਇਹ ਭਾਈ ਨੰਦ ਲਾਲ ਤੋਂ ਭਾਈ ਨੰਦ ਲਾਲ ਸਿੰਘ ਬਣਿਆ ਸੀ। ਇਹਦੀਆਂ ਵੀ ਰਚਨਾਵਾਂ ਬੜੇ ਕਮਾਲ ਦੀਆਂ ਨੇ। ਭਾਈ ਨੰਦ ਲਾਲ ਦੀਆਂ ਵੀ ਗਜ਼ਲਾਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਥਾਏ। ਭਾਈ ਨੰਦ ਲਾਲ ਜੀ ਦਾ ਇੱਕ ਰਹਿਤਨਾਮਾ ਵੀ ਮਿਲਦਾ ਹੈ, ਇੱਕ ਰਹਿਤਨਾਮਾ ਵੀ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ, ਕਿਉਂਕਿ ਗੁਰੂ ਸਾਹਿਬ ਦੇ ਕੋਲ ਸੀ। ਇਹਦੇ ਨਾਲ ਰਿਲੇਟਡ ਪ੍ਰਚਲਿਤ ਸਾਖੀਆਂ ਵੀ ਬੜੀਆਂ ਨੇ ਭਾਈ ਨੰਦ ਲਾਲ ਜੀ ਦੀਆਂ। ਜਦੋਂ ਸੰਗਤ ਬੜੀ ਵੱਡੀ ਗਿਣਤੀ ਵਿੱਚ ਆਉਂਦੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ, ਲੰਗਰ ਬੜੇ ਚੱਲਦੇ ਨੇ। ਇੱਕ ਦਿਨ ਗੁਰੂ ਗੋਬਿੰਦ ਸਿੰਘ ਨਾ ਆਪ ਪਹਿਰਾਵਾ ਬਦਲ ਕੇ ਤੇ ਲੰਗਰਾਂ ਦੀ ਚੈਕਿੰਗ ਲਈ ਨਿਕਲ ਗਏ। ਕੋਈ ਕਹਿ ਰਿਹਾ ਜੀ ਅਜੇ ਨਹੀਂ ਪੱਕਿਆ, ਕੋਈ ਕੁਛ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਜਦੋਂ ਨੰਦ ਲਾਲ ਦੇ ਲੰਗਰ ਚ ਪਹੁੰਚੇ ਨਾ, ਨੰਦ ਲਾਲ ਤੇ ਕੋ ਬਾਹਰ ਖੜ ਕੇ ਆਵਾਜ਼ ਮਾਰੀ ਪ੍ਰਸ਼ਾਦਾ ਛਕਣਾ। ਨੰਦ ਲਾਲ ਗਿਆ ਦੌੜਦਾ। ਕਈਆਂ ਨੇ ਆਖਿਆ ਹੱਥ ਆਟੇ ਨਾਲ ਲਿਬੜੇ ਖਾਣੇ। ਆ ਸਿੱਖਾ ਕਹਿੰਦਾ ਆਓ 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 ਗੁਰੂ ਦੇ ਪਿਆਰਿਓ,
ਬਸ ਦਾਲ ਬਣ ਗਈ ਤੇ ਆਟਾ ਮੈਂ ਗੁੰਨਦਾ ਪਿਆ, ਤੁਸੀਂ ਬੈਠੋ ਤੇ ਹੁਣੇ ਤੁਹਾਨੂੰ ਪ੍ਰਸ਼ਾਦਾ ਤਿਆਰ ਕਰਕੇ ਮੈਂ ਛਕਾਉਣਾ। ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ। ਅਗਲਾ ਦਿਨ ਹੋਇਆ, ਗੁਰੂ ਸਾਹਿਬ ਨੇ ਸਾਰੇ ਸੱਦ ਲਏ ਜਿਨ੍ਹਾਂ ਦੇ ਲੰਗਰ ਸਨ, ਦੱਸਿਆ ਸਭ ਨੂੰ। ਫਿਰ ਦੱਸਿਆ ਕਿ ਨੰਦ ਲਾਲ ਇਕੱਲਾ ਤੁਹਾਡੇ ਚੋਂ ਪ੍ਰਵਾਨ ਹੋਇਆ, ਭਾਈ ਨੰਦ ਲਾਲ। ਭਾਈ ਨੰਦ ਲਾਲ ਬੜੇ ਵਿਦਵਾਨ ਸਨ, ਇਹਨਾਂ ਦੀਆਂ ਬੜੀਆਂ ਰਚਨਾਵਾਂ, ਬੜੀਆਂ ਗਜ਼ਲਾਂ ਮਿਲਦੀਆਂ ਨੇ, ਇਹਨਾਂ ਦੇ ਰਹਿਤਨਾਮੇ ਵੀ ਹਨ। ਸਿੱਖ ਪੰਥ ਨੇ ਆਖਿਆ ਕਿ ਜਾਂ ਭਾਈ ਗੁਰਦਾਸ ਦੀ ਰਚਨਾ ਜਾਂ ਭਾਈ ਨੰਦ ਲਾਲ ਦੀ ਰਚਨਾ ਦੀ ਜਿਹੜੀ ਕਥਾ ਹੈ ਉਹ ਹੋ ਸਕਦੀ ਹੈ। ਉਸ ਤੋਂ ਅੱਗੇ ਜਾਂ ਕਿਸੇ ਹੋਰ ਪ੍ਰਮਾਣਿਕ, ਹਾਂ ਮੈਂ ਇੱਕ ਥੋੜੀ ਜਿਹੀ ਤੁਹਾਡੇ ਅੱਗੇ ਮੈਂ ਜ਼ਰੂਰ ਦੱਸਦਾ ਜਾਵਾਂ। ਮੈਨੂੰ ਯਾਦ ਆ ਗਿਆ ਕਿ ਜਿਹੜਾ ਰਹਿਤਨਾਮਾ ਹੈ ਇਹਨਾਂ ਦਾ ਭਾਈ ਨੰਦ ਲਾਲ ਜੀ ਦਾ, ਉਹ ਪਹਿਲੀਆਂ ਪੰਕਤੀਆਂ ਤੁਹਾਨੂੰ ਸੁਣਾ ਦਿਆਂ। ਗੁਰ ਸਿੱਖ ਰਹਿਤ ਸੁਣੋ ਮੇਰੇ ਮੀਤ, ਭਾਈ ਨੰਦ ਲਾਲ ਦਾ ਰਹਿਤਨਾਮਾ ਹੈ। ਗੁਰੂ ਦੇ ਸਿੱਖ ਦੀ ਰਹਿਤ ਕੀ ਹੈ? ਕਹਿੰਦੇ ਆ ਮੇਰੇ ਮਿੱਤਰ ਸਿੱਖੋ ਸੁਣੋ, ਗੁਰ ਸਿੱਖ ਰਹਿਤ ਸੁਣੋ ਮੇਰੇ ਮੀਤ, ਉਠ ਪ੍ਰਭਾਤ ਕਰੇ ਹਿਤ ਚੀਤ। ਉਠ ਪ੍ਰਭਾਤ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਪੁਨ ਮੰਤਰ ਜਾਪ ਕਰ, ਇਸ਼ਨਾਨ ਪੜੇ ਜਪ ਜਾਪ। ਕਮਾਲ ਕਰਤੀ ਨਾ। ਇਹ ਉਹਨਾਂ ਲਈ ਵੀ ਹੈ ਜਿਹੜੇ ਕਹਿੰਦੇ ਜਾਪ ਸਾਹਿਬ ਗੁਰੂ ਦੀ ਬਾਣੀ ਨਹੀਂ। ਭਾਈ ਨੰਦ ਲਾਲ ਜਿਹੜੇ ਗੁਰੂ ਦੇ ਕੋਲ ਰਹਿਣ ਵਾਲੇ ਸਿੱਖ, ਉਹ ਲਿਖਦੇ ਪਏ ਨੇ, ਪਹਿਲਾਂ ਪ੍ਰਭਾਤੇ ਉੱਠਦਿਆਂ ਦੇ ਨਾਲ ਹੀ ਆਪਣੇ ਮੰਜੇ ਤੇ ਬਹਿੰਦਿਆਂ ਹੀ ਅੱਖਾਂ ਖੁੱਲਦਿਆਂ ਹੀ ਤੇਰੇ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲੇ। ਫਿਰ ਇਸ਼ਨਾਨ ਕਰਕੇ ਪੜੇ ਜਪ, ਜਪਜੀ ਸਾਹਿਬ, ਵਾਹਿਗੁਰੂ ਪੜੇ ਜਪ ਤੇ ਜਾਪ, ਜਪਜੀ ਸਾਹਿਬ ਤੇ ਜਾਪ ਸਾਹਿਬ, ਦੋ ਬਾਣੀਆਂ। ਮਤਲਬ ਇੱਥੇ ਦੱਸਿਆ ਗਿਆ ਵੀ ਨਿਤਨੇਮ ਸਿਰਫ ਦੋ ਬਾਣੀਆਂ ਤੱਕ ਸੀਮਤ ਨਹੀਂ, ਨਿਤਨੇਮ। ਫਿਰ ਗੁਰੂ ਸਾਹਿਬ ਨੇ ਆਖਿਆ ਸੀ, ਇਹ ਗੁਰੂ ਸਾਹਿਬ ਦੇ ਹੁਕਮ ਉਹ ਦੱਸ ਰਹੇ ਨੇ, ਵਾਹਿਗੁਰੂ ਪੁਨ ਮੰਤਰ ਜਾਪ ਕਰ, ਇਸ਼ਨਾਨ ਪੜੇ ਜਪ ਜਾਪ, ਦਰਸ਼ਨ ਕਰੇ ਮੇਰਾ ਪੁਨ ਆਏ, ਅਦਬ ਸਿਉ ਬੈਠ ਗੁਰ ਹਿਤ ਚਿਤ ਲਾਏ। ਵੀ ਗੁਰੂ ਸਾਹਿਬ ਨੇ ਆਖਿਆ ਸੀ ਉਸ ਤੋਂ ਬਾਅਦ ਸਿੱਖ ਜਿਹੜਾ ਮੇਰਾ ਦਰਸ਼ਨ ਕਰਨ ਆਏ। ਅੱਜ ਦੇ ਸਮੇਂ ਵਿੱਚ ਵੇਖੀਏ ਤੇ ਪਹਿਲਾਂ ਉੱਠਦਿਆਂ ਨਾਲ ਅੱਖਾਂ ਖੁੱਲਣ ਤੇ ਵਾਹਿਗੁਰੂ ਮੂੰਹ ਚੋਂ ਨਿਕਲੇ, ਇਸ਼ਨਾਨ ਕਰਕੇ ਨਿਤਨੇਮ ਕਰਕੇ ਫਿਰ ਗੁਰੂ ਦੇ ਕੋਲ ਗੁਰੂ ਦੇ ਦਰਸ਼ਨ ਕਰਨ ਜਾਣਾ, ਗੁਰਦੁਆਰੇ ਜਾਣਾ। ਇਹੀ ਬਣਨਗੇ ਨਾ ਅਰਥ ਫਿਰ ਇਹਦੇ। ਤੀਨ ਪਹਿਰ ਜਬ ਬੀਤੇ ਜਾਨ, ਕਥਾ ਸੁਣੇ ਗੁਰ ਹਿਤ ਚਿਤ ਲਾਨ। ਆ ਵੇਖੋ ਵੀ ਜਦੋਂ ਤਿੰਨ ਪਹਿਰ ਫਿਰ ਨਿਕਲ ਜਾਣ, ਫਿਰ ਗੁਰੂ ਦੀ ਜਿਹੜੀ ਕਥਾ ਹੈ ਉਹ ਕਥਾ ਸੁਣੇ ਸਿੱਖ, ਗੁਰੂ ਦੀ ਕਥਾ ਨੂੰ ਸੁਣੇ, ਗੁਰੂ ਦੀ ਕਥਾ ਨੂੰ ਸ਼ਰਵਣ ਕਰੇ। ਸੰਧਿਆ ਸਮੇਂ ਸੁਣੇ ਰਹਿ ਰਾਸ, ਕਥਾ ਕੀਰਤਨ ਕਥਾ ਸੁਣੇ ਹਰ ਜਾਸ। ਸ਼ਾਮ ਦੇ ਸਮੇਂ ਫਿਰ ਸੋਧਨ ਰਹਿ ਰਾਸ। ਇਹ ਜਿਹੜਾ ਤੀਜੇ ਪੈਰ ਦੀ ਕਥਾ ਭਾਵ ਜਿਹੜੀ ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਹੈ ਨਾ ਗੁਰੂ ਘਰਾਂ ਦੇ ਅੰਦਰ, ਉਹਦਾ ਜ਼ਿਕਰ ਹੈ। ਉਸ ਤੋਂ ਬਾਅਦ ਕਹਿੰਦੇ ਕੀਰਤਨ ਕਥਾ ਸੁਣੇ ਹਰ ਜਾਸ, ਸੰਧਿਆ ਸਮੇਂ ਰਹਿ ਰਾਸ ਤੇ ਨਾਲ ਕਥਾ ਕੀਰਤਨ ਸੁਰੇ। ਇਹ ਮੈਂ ਥੋੜੇ ਜਿਹਾ ਤਾਂ ਤੁਹਾਨੂੰ ਦੱਸ ਰਿਹਾ ਸੀ, ਇਹਨੂੰ ਭਾਈ ਨੰਦ ਲਾਲ ਗੋਇਆ ਵੀ ਕਿਹਾ ਜਾਂਦਾ ਹੈ ਤੇ ਭਾਈ ਨੰਦ ਲਾਲ ਸਿੰਘ ਸ਼ਬਦ ਵੀ ਹੁਣ ਵਰਤਿਆ ਜਾ ਰਿਹਾ ਹੈ। ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਉਹਦੀ ਵੀ ਉਹ ਹੋ ਸਕਦੀ ਹੈ। ਇੱਕ ਮੈਂ ਹੋਰ ਤੁਹਾਨੂੰ ਦੱਸਦਾ ਜਾਵਾਂ ਕਿ ਇਹਨਾਂ ਦਾ ਇੱਕ ਗੰਜਨਾਮਾ ਵੀ ਹੈ। ਭਾਈ ਨੰਦ ਲਾਲ ਜੀ ਦਾ ਧਿਆਨ ਨਾਲ ਸੁਣਿਓ, ਗੰਜਨਾਮਾ, ਫਿਰ ਜ਼ਿੰਦਗੀਨਾਮਾ, ਫਿਰ ਤਨਖਾਹਨਾਮਾ ਤੇ ਇੱਕ ਇਹਨਾਂ ਦਾ ਰਹਿਤਨਾਮਾ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਤੇ ਇੱਕ ਗਜ਼ਲਾਂ ਵੀ ਨੇ ਇਹਨਾਂ ਦੀਆਂ। ਇਹ ਅਲੱਗ-ਅਲੱਗ ਇਹਨਾਂ ਦੀਆਂ ਤੁਹਾਨੂੰ ਰਚਨਾਵਾਂ ਮਿਲ ਜਾਣਗੀਆਂ। ਫਿਰ ਜੇ ਨੋਟਬੁੱਕ ਕੋਲ ਹੈ ਤੇ ਉਹਨੂੰ ਨੋਟ ਕਰ ਲਓ ਪਲੀਜ਼। ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦੇ ਵਿੱਚ ਗਜ਼ਲਾਂ ਨੇ, ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਨੇ, ਭਾਈ ਨੰਦ ਲਾਲ ਜੀ ਦਾ ਗੰਜਨਾਮਾ, ਜ਼ਿੰਦਗੀਨਾਮਾ ਤੇ ਤਨਖਾਹਨਾਮਾ। ਇਹ ਤਨਖਾਹਨਾਮਾ ਕਿਤੇ ਪੜ੍ਹਨ ਨੂੰ ਮਿਲੇ ਨਾ ਜ਼ਰੂਰ ਪੜ੍ਹਿਓ। ਤਨਖਾਹ ਲਾਉਣ ਦੀ ਜਿਹੜੀ ਵਿਧੀ ਹੈ ਨਾ, ਤਨਖਾਹ ਲਾਉਣੀ ਸਜ਼ਾ ਜਿਹਨੂੰ ਦੇਣੀ ਕਹਿੰਦੇ ਆ, ਤਨਖਾਹ ਲਾਉਣ ਦੀ ਵਿਧੀ ਇਹਦੇ ਵਿੱਚ ਮੇਰੇ ਖਿਆਲ ਵਿੱਚ ਜਿਹੜੀ ਮੇਰੀ ਨੌਲੇਜ ਵਿੱਚ, ਮੇਰੇ ਧਿਆਨ ਵਿੱਚ ਆ ਰਿਹਾ, ਫਿਰ ਤੁਸੀਂ ਮੈਂ ਕਨਫਰਮ ਤੁਹਾਨੂੰ ਕਰ ਦੂੰਗਾ ਕਿ ਜੋ ਗੁਰਬਾਣੀ ਸਰਚਰ ਐਪ ਹੈ ਨਾ ਮੋਬਾਈਲ ਦੀ, ਉਹਦੇ ਵਿੱਚ ਵੀ ਸ਼ਾਇਦ ਤੁਹਾਨੂੰ ਇਹ ਰਚਨਾਵਾਂ ਮਿਲ ਜਾਣਗੀਆਂ। ਮੈਂ ਆਪਣੇ ਮੇਰੇ ਨਾਲ ਸਿੰਘ ਬੈਠੇ, ਮੈਂ ਉਹਨਾਂ ਨੂੰ ਕਹਿਣਾ ਵੀ ਇੱਕ ਵਾਰੀ ਸਰਚ ਕਰਕੇ ਮੈਨੂੰ ਦੱਸ ਦੇਣ ਜੇ ਗੁਰਬਾਣੀ ਸਰਚਰ ਤੇ ਹੈ, ਤੇ ਮੈਂ ਤੁਹਾਨੂੰ ਹੁਣੇ ਕਨਫਰਮ ਕਰ ਦੇਣਾ। ਮੇਰੇ ਖਿਆਲ ਗੁਰਬਾਣੀ ਸਰਚਰ ਤੇ ਇਹ ਜਿਹੜੀਆਂ ਰਚਨਾਵਾਂ ਨੇ ਭਾਈ ਨੰਦ ਲਾਲ ਜੀ ਦੀਆਂ ਤੇ ਭਾਈ ਗੁਰਦਾਸ ਜੀ ਦੀਆਂ, ਇਹ ਆਪ ਜੀ ਨੂੰ ਮਿਲ ਜਾਣਗੀਆਂ। ਹਾਂਜੀ, ਉਧਰੋਂ ਓਕੇ ਹੋ ਗਿਆ ਕਿ ਗੁਰਬਾਣੀ ਸਰਚਰ ਜਿਹੜੀ ਐਪ ਹੈ ਮੋਬਾਈਲ ਦੀ, ਉਹਦੇ ਵਿੱਚ ਇਹ ਰਚਨਾਵਾਂ ਮੌਜੂਦ ਹਨ। ਉਸ ਤੋਂ ਅੱਗੇ ਫਿਰ ਮੈਂ ਰਿਪੀਟ ਥੋੜੀ ਜਿਹੀ ਕਰਕੇ ਚੱਲਾਂ। ਕਥਾ 10 ਗੁਰੂ ਸਾਹਿਬਾਨ ਦੀ ਬਾਣੀ
ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ, ਹੁਣ ਅੱਗੇ ਧਿਆਨ ਨਾਲ ਸੁਣੋ, ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ। ਪੰਥਕ, ਫਿਰ ਸੁਣਿਓ ਧਿਆਨ ਨਾਲ, ਇਹ ਪ੍ਰਮਾਣਿਕ ਹੋਵੇ ਤੇ ਪੰਥਕ ਪੁਸਤਕ ਹੋਵੇ। ਪੰਥਕ ਦਾ ਭਾਵ ਇਹ ਆ ਕਿ ਜਿਹਦੇ ਵਿੱਚ ਸਿੱਖ ਧਰਮ ਦੇ ਬਾਰੇ ਨੌਲੇਜ, ਜਾਣਕਾਰੀ ਹੋਵੇ। ਜਿਵੇਂ ਅਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਦੇ ਹਾਂ। ਮੈਂ ਇੱਕ ਹੋਰ ਤੁਹਾਨੂੰ ਚਲੋ ਨਾਂ ਆ ਗਿਆ ਸਾਹਮਣੇ ਤੇ ਦੱਸਦਾ ਜਾਵਾਂ। ਜਿਹੜੇ ਰੌਲਾ ਪਾਉਂਦੇ ਆ ਨਾ ਇਸ ਗ੍ਰੰਥ ਬਾਰੇ, ਉਹਨਾਂ ਨੂੰ ਇਸ ਗ੍ਰੰਥ ਦਾ ਪੂਰਾ ਨਾਂ ਵੀ ਨਹੀਂ ਜੇ ਪਤਾ। ਹੁਣ ਤੁਹਾਨੂੰ ਮੈਂ ਨਾਂ ਇਹਦਾ ਦੱਸਣ ਲੱਗਾ, ਜਿਹੜਾ ਨਾਂ ਕਰਕੇ ਇਹਦਾ ਰੌਲਾ ਪਾਉਂਦੇ। ਸੂਰਜ ਪ੍ਰਕਾਸ਼ ਕਹਿੰਦੇ ਨੇ ਇਹਨੂੰ। ਇਹਦਾ ਨਾਂ ਸੂਰਜ ਪ੍ਰਕਾਸ਼ ਨਹੀਂ, ਇਹਦਾ ਨਾਮ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਜੋ ਇਹਦਾ ਨਾਮ ਹੈ ਕਵੀ ਸੰਤੋਖ ਸਿੰਘ ਚੂੜਾਮਣੀ ਦਾ ਰਚਿਆ ਹੋਇਆ। ਦਾਸ ਨੂੰ ਇਹ ਸੁਭਾਗ ਮਿਲਿਆ ਕਿ ਸੰਪੂਰਨ ਕਥਾ ਦਾਸ ਨੇ ਇਹਦੀ ਕੀਤੀ ਹੈ। ਲਗਭਗ 7.5 ਸਾਲ ਦਾ ਸਮਾਂ ਲੱਗਦਾ ਹੈ। ਹੋਰ ਪੰਥਕ ਪੁਸਤਕਾਂ ਪ੍ਰਮਾਣਿਤ, ਜਿਵੇਂ ਆਪਾਂ ਕਹਿ ਸਕਦੇ ਹਾਂ ਨਵੀਨ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਦਾ। ਇਹਦੇ ਵਿੱਚ ਜਿਹੜੇ ਅਸੀਂ ਦੋਹਰਾ ਪੜ੍ਹਦੇ ਆ ਨਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਗਿਆਨੀ ਗਿਆਨ ਸਿੰਘ ਜੀ ਦਾ ਜੋ ਨਵੀਨ ਪੰਥ ਪ੍ਰਕਾਸ਼ ਹੈ, ਉਹਦੇ ਵਿੱਚ। ਉਸ ਤੋਂ ਬਾਅਦ ਜੋ ਪ੍ਰਾਚੀਨ ਪੰਥ ਪ੍ਰਕਾਸ਼ ਹੈ ਰਤਨ ਸਿੰਘ ਜੀ ਭੰਗੂ ਦਾ, ਇਹਦੇ ਵਿੱਚੋਂ ਵੀ ਜੋ ਕਥਾ ਹੈ, ਇਹਦੀ ਕਥਾ ਵੀ ਜਿਹੜੀ ਉਹ ਹੋ ਸਕਦੀ, ਇਹਦੇ ਵਿੱਚੋਂ ਪ੍ਰਮਾਣ ਵੀ ਜਿਹੜੇ ਨੇ ਉਹ ਦਿੱਤੇ ਜਾ ਸਕਦੇ ਨੇ। ਮੈਂ ਦੱਸਦਾ ਜਾਵਾਂ, ਰਤਨ ਸਿੰਘ ਜਿਹੜੇ ਭੰਗੂ ਸਨ ਨਾ, ਇਹ ਰਤਨ ਸਿੰਘ ਭੰਗੂ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਨਾ, ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ, ਇਹ ਭਾਈ ਮਹਿਤਾਬ ਸਿੰਘ ਦੀ ਕੁਲ ਦੇ ਵਿੱਚੋਂ ਸਨ। ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੀਰਾਂਕੋਟ, ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਜਾਈਏ ਨਾ ਉਧਰ ਨੂੰ ਆਪਾਂ, ਏਅਰਪੋਰਟ ਵਾਲੇ ਪਾਸੇ, ਮੀਰਾਂਕੋਟ ਨਗਰ ਬੜਾ ਵੱਡਾ ਨਗਰ ਹੈ ਮੀਰਾਂਕੋਟ। ਭਾਈ ਮਹਿਤਾਬ ਸਿੰਘ ਉੱਥੋਂ ਦੇ ਸਨ। ਅੱਗੋਂ ਉਹਨਾਂ ਦੇ ਪੁੱਤਰ ਸਨ ਜਿੰਦਾ ਸ਼ਹੀਦ ਭਾਈ ਰਾਏ ਸਿੰਘ ਜਿੰਦਾ ਸ਼ਹੀਦ, ਇਹਨਾਂ ਦੇ ਪੁੱਤਰ ਹੋਏ। ਇਹਨਾਂ ਦੀ ਕੁਲ ਦੇ ਵਿੱਚੋਂ ਸਨ ਰਤਨ ਸਿੰਘ ਭੰਗੂ। ਇਹਨਾਂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਕਿਤੇ ਪੜ੍ਹਨ ਦਾ ਮੌਕਾ ਮਿਲੇ, ਇੰਨਾ ਇਤਿਹਾਸ ਕਮਾਲ ਦਾ ਇਹਦੇ ਅੰਦਰ ਦਿੱਤਾ ਗਿਆ ਨਾ, ਸਿੱਖ ਇਤਿਹਾਸ ਸਾਡਾ ਪੜ੍ਹ ਕੇ ਆਨੰਦ ਆ ਜਾਂਦਾ ਜੀ। ਇਹ ਉਹ ਮੈਂ ਤਾਂ ਇਹਨਾਂ ਕਿਤਾਬਾਂ ਦੇ ਨਾਂ ਲੈ ਰਿਹਾ ਵੀ ਸਾਨੂੰ ਸਮਝ ਆਵੇ ਕਿ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕਾਂ, ਜਿਹਦੇ ਵਿੱਚ ਫਿਰ ਹੋਰ ਅੱਗੇ ਗੁਰਬਿਲਾਸ ਪਾਤਸ਼ਾਹੀ ਛੇਵੇਂ ਗੁਰੂ ਸਾਹਿਬ ਦਾ ਇਤਿਹਾਸ ਇਹਦੇ ਅੰਦਰ ਹੈ। ਗੁਰਬਿਲਾਸ ਪਾਤਸ਼ਾਹੀ 10ਵੀਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਇਹਦੇ ਅੰਦਰ ਹੈ। ਹੋਰ ਵੀ ਤੁਸੀਂ ਇਤਿਹਾਸ ਪੜ੍ਹੋਗੇ ਤੇ ਪਰਚੀਆਂ ਮਿਲਦੀਆਂ ਨੇ ਸਾਨੂੰ, ਭਾਈ ਸੇਵਾਦਾਸ ਦੀਆਂ ਪਰਚੀਆਂ, ਤੇ ਉਸ ਤੋਂ ਬਿਨਾਂ ਭੱਟ ਵਹੀਆਂ, ਜਿਹਦੇ ਵਿੱਚ ਇਤਿਹਾਸ ਤੇ ਮਹਿਮਾ ਪ੍ਰਕਾਸ਼ ਨਾਮ ਹੋਰ ਯਾਦ ਆਉਂਦੇ ਜਾ ਰਹੇ ਨੇ। ਭਾਈ ਸੇਵਾਦਾਸ ਦੀਆਂ ਪਰਚੀਆਂ ਤੇ ਜਿਹੜੀਆਂ ਭੱਟ ਵਹੀਆਂ ਨੇ ਨਾ, ਇਹਦੇ ਅੰਦਰ ਇਤਿਹਾਸ ਬੜੇ ਕਮਾਲ ਦਾ ਹੈ ਜਿਹੜਾ ਸਾਨੂੰ ਮਿਲਦਾ ਹੈ ਪੜ੍ਹਨ ਦੇ ਵਾਸਤੇ। ਅਸੀਂ ਉਹ ਉਦਾਹਰਨਾਂ ਵੀ ਜਿਹੜੀਆਂ ਉਹ ਕਥਾ ਦੇ ਵਿੱਚ ਦੇ ਸਕਦੇ ਹਾਂ। ਮਹਿਮਾ ਪ੍ਰਕਾਸ਼ ਹੈ, ਹੋਰ ਵੀ ਖੈਰ ਮੈਂ ਤੁਹਾਨੂੰ ਕਹਾਂ ਕਿ ਸਾਰੇ ਮੇਰੇ ਕੋਲੋਂ ਨਾਂ ਲਏ ਜਾਣ, ਪੋਸੀਬਲ ਵੀ ਨਹੀਂ ਹੈ, ਇਹ ਤੇ ਸਮਾਂ ਇਹਦੇ ਲਈ ਚਾਹੀਦਾ ਹੁੰਦਾ ਹੈ। ਵੀ ਇਹ ਜਿਹੜੇ ਗ੍ਰੰਥ ਨੇ, ਇਹਨਾਂ ਦੀਆਂ ਉਦਾਹਰਨਾਂ ਕਥਾ ਦੇ ਵਿੱਚ ਦਿੱਤੀਆਂ ਜਾ ਸਕਦੀਆਂ ਹਨ। ਇਹ ਫਿਰ ਪੰਕਤੀ ਮੈਂ ਪੜ੍ਹਦਿਆਂ ਦੁਬਾਰਾ ਕਿ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਗੁਰਮਤ ਅਨੁਕੂਲ ਹੋਣ, ਉਹ ਇਤਿਹਾਸ ਦੀਆਂ ਪੁਸਤਕਾਂ ਕਿਤਾਬਾਂ ਜਿਹੜੀਆਂ ਗੁਰਮਤ ਦੇ ਅਨੁਕੂਲ ਹੋਣ, ਇਹਨਾਂ ਦੀ ਕਥਾ, ਇਹਨਾਂ ਦੇ ਵਿੱਚੋਂ ਪ੍ਰਮਾਣ, ਇਹਨਾਂ ਦੇ ਵਿੱਚੋਂ ਵਖਿਆਨ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ। ਫਿਰ ਸੁਣਿਓ, ਮੈਂ ਇਹ ਡਿਟੇਲ ਨਾਲ ਤੁਹਾਨੂੰ ਦਿੰਦਾ ਜਾਵਾਂ, ਦੱਸਦਾ ਜਾਵਾਂ। ਇਹ ਜ਼ਰੂਰੀ ਹੈ ਕਿ ਅਸੀਂ ਕੀ ਕਰਦੇ ਹਾਂ, ਕਈ ਵਾਰ ਜੋ ਕਥਾ ਹੈ ਨਾ ਗੁਰਦੁਆਰੇ ਸਾਹਿਬ ਦੇ ਅੰਦਰ, ਜਾਂ ਕਥਾ ਤਾਂ ਵੈਸੇ ਸਿੱਖ ਧਰਮ ਦੇ ਅਨੁਸਾਰ ਮੈਂ ਸ਼ਬਦ ਵਰਤਾਂ ਤੇ ਜ਼ਿਆਦਾ ਵਧੀਆ ਰਹੇਗਾ। ਉਹਦੇ ਵਿੱਚ ਜੇ ਅਸੀਂ ਅਨਮਤ ਜਿਹੜਾ ਹੈ ਉਹਦੀਆਂ ਸਾਖੀਆਂ, ਉਹਦਾ ਇਤਿਹਾਸ ਸੁਣਾਉਣ ਲੱਗ ਪਈਏ ਤੇ ਉਹ ਗੱਲ ਨਹੀਂ ਬਣੇਗੀ ਕਿ ਅਸੀਂ ਜੀ ਆਹ ਹੋਇਆ ਜੀ ਉਹ ਹੋਇਆ, ਇਹ ਗੱਲ ਨਹੀਂ ਹੈ। ਜਦੋਂ ਗੁਰਬਾਣੀ ਕਹਿ ਰਹੀ ਹੈ ਉਹਦੇ ਅਨੁਕੂਲ ਇਤਿਹਾਸ ਹੋਵੇ, ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਇਤਿਹਾਸ ਹੋਵੇ, ਉਹ ਵਾਲਾ। ਫਿਰ ਮੈਂ ਇਹ ਈੜੀ ਜਿਹੜੀ ਹੈ, ਈੜੀ ਵੱਲ ਧਿਆਨ ਦਿਓ। ਮੈਂ ਦੁਬਾਰਾ ਇੱਕ ਵਾਰੀ ਫਿਰ ਰਿਪੀਟ ਕਰਾਂ, ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ, ਮਤਲਬ ਗੁਰਬਾਣੀ ਦੀ ਕਥਾ ਸਿਰਫ ਸਿੱਖ ਹੀ ਕਰ ਸਕਦਾ ਹੈ। ਉਹ ਮੈਂ ਡਿਟੇਲ ਵਿਚਾਰ ਤੁਹਾਡੇ ਨਾਲ ਕਰ ਚੁੱਕਿਆ ਵਿਸਥਾਰ ਨਾਲ, ਕਿਉਂ ਸਿੱਖ ਹੀ ਕਰ ਸਕਦਾ ਹੈ। ਕਥਾ ਦਾ ਮਨੋਰਥ ਗੁਰਮਤ ਦਰੜਾਉਣਾ ਹੀ ਹੋਵੇ,
ਕਥਾ ਦਾ ਜਿਹੜਾ ਮਨੋਰਥ ਹੈ ਉਹ ਸਿਰਫ ਗੁਰਮਤ ਹੀ ਉਹਦੇ ਅੰਦਰ ਦ੍ਰਿੜ ਕਰਾਈ ਜਾਏਗੀ ਕਿ ਗੁਰੂ ਕੀ ਕਹਿ ਰਿਹਾ ਹੈ, ਗੁਰੂ ਦੀ ਮੱਤ ਕੀ ਕਹਿ ਰਹੀ ਹੈ, ਕਿਵੇਂ ਅਸੀਂ ਸਿੱਖੀ ਵਾਲਾ ਜੀਵਨ ਅਪਣਾਉਣਾ ਹੈ, ਕਿਵੇਂ ਉਹ ਸਾਰੇ, ਇਹਨੂੰ ਗੁਰਮਤ ਦ੍ਰਿੜਾਉਣਾ ਕਹਿੰਦੇ ਨੇ। ਫਿਰ ਕਥਾ 10 ਗੁਰੂ ਸਾਹਿਬਾਨ ਦੀ ਬਾਣੀ, 10 ਗੁਰੂ ਸਾਹਿਬਾਨ, ਗੁਰੂ ਗੋਬਿੰਦ ਸਿੰਘ ਜੀ ਵੀ ਵਿੱਚੇ ਆ ਗਏ, ਇਹਨਾਂ ਦੀ ਬਾਣੀ ਜਾਂ ਭਾਈ ਗੁਰਦਾਸ, ਮੈਂ ਡਿਟੇਲ ਦੇ ਚੁੱਕਿਆ, ਭਾਈ ਨੰਦ ਲਾਲ, ਇਹਨਾਂ ਦੀਆਂ ਰਚਨਾਵਾਂ, ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮੈਂ ਉਹਦੀ ਵੀ ਗਿਣਤੀ ਆਪ ਜੀ ਨੂੰ ਦੇ ਚੁੱਕਿਆ, ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਗੁਰਮਤ ਦੇ ਅਨੁਕੂਲ ਹੋਣ, ਉਹਨਾਂ ਦੀ ਕਥਾ ਹੋ ਸਕਦੀ ਹੈ। ਉਹਦੇ ਵਿੱਚ ਮੈਂ ਆਪ ਜੀ ਨੂੰ ਕੁਝ ਗ੍ਰੰਥ ਜਿਹੜੇ ਨੇ ਉਹ ਦੱਸ ਚੁੱਕਿਆ ਜਿਨ੍ਹਾਂ ਦੀ ਕਥਾ ਹੁੰਦੀ ਵੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਪ੍ਰਾਚੀਨ ਪੰਥ ਪ੍ਰਕਾਸ਼, ਇਹ 2 ਗ੍ਰੰਥ ਨੇ ਜਿਨ੍ਹਾਂ ਦੀ ਕਥਾ ਇਤਿਹਾਸ ਦੀ ਤੇ ਆਮ ਹੀ ਗੁਰੂ ਘਰਾਂ ਦੇ ਵਿੱਚ ਹੁੰਦੀ ਹੈ। ਤੇ ਇੱਕ ਗੱਲ ਮੈਂ ਕਲੀਅਰ ਕਰਦਾ ਜਾਵਾਂ ਇੱਥੇ, ਜ਼ਰੂਰੀ ਹੈ, ਮੇਰੇ ਵਰਗੇ ਬੜੇ ਇਹੋ ਜਿਹੇ ਮਿਲ ਜਾਣਗੇ, ਕਿਉਂਕਿ ਨਾ ਉਹ ਜਿਹੜੀਆਂ ਇਹ ਗ੍ਰੰਥ ਨੇ, ਗੁਰਪ੍ਰਤਾਪ ਸੂਰਜ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼, ਇਹਨਾਂ ਨੂੰ ਪੜ੍ਹਨਾ ਹੀ ਬੜਾ ਔਖਾ ਹੈ ਤੇ ਸਮਝ ਕੇ ਕਥਾ ਕਰਨੀ ਤੇ ਬਹੁਤ ਮੁਸ਼ਕਿਲ ਹੈ। ਇਹਦੇ ਅੰਦਰ ਜਿਹੜੇ ਵਰਡ ਨੇ, ਇਹਦੀ ਰਚਨਾਵਲੀ ਜਿਹੜੀ ਹੈ ਕਮਾਲ ਦੀ ਹੈ। ਉਹ ਫਿਰ ਮੇਰੇ ਵਰਗੇ ਕਹਿਣ ਲੱਗ ਪਏ ਜੀ ਜੇ ਪੜ੍ਹਨਾ ਨਹੀਂ ਆਉਂਦਾ ਤੇ ਕਹਿ ਹੀ ਦਿਓ ਵੀ ਇਹ ਕਿਤਾਬ ਹੀ ਗਲਤ ਹੈ, ਉਹ ਕੰਮ ਸੌਖਾ ਹੋ ਜਾਂਦਾ ਹੈ। ਪੜ੍ਹਨ ਨਾਲੋਂ, ਕਿਸੇ ਨੂੰ ਪੜ੍ਹ ਕੇ ਦੱਸਣ ਨਾਲੋਂ ਉਹਨੂੰ ਕਹਿ ਹੀ ਦੇਣਾ ਗਲਤ ਹੈ ਤੇ ਉਹ ਕੰਮ ਸੌਖਾ ਹੋ ਜਾਂਦਾ ਹੈ। ਜਿਹੜੀਆਂ ਗੁਰਮਤ ਦੇ ਅਨੁਕੂਲ ਉਹਦੀ ਹੋ ਸਕਦੀ ਹੈ, ਪਰ ਪੜ੍ਹਿਓ, ਵੇਖੋ ਨਾ ਧਿਆਨ ਨਾਲ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਅਨਮਤ ਦੀ ਕਿਸੇ ਵੀ ਪੁਸਤਕ ਦੀ, ਹੁਣ ਤੁਸੀਂ ਕਹੋ ਕਿ ਬਾਈਬਲ ਕੱਢ ਕੇ ਇੱਥੇ ਗੁਰਦੁਆਰੇ ਬਹਿ ਜਾਈਏ ਵੀ ਇਹਦੀ ਕਥਾ ਕਰੀਏ, ਇਹ ਗੱਲ ਨਹੀਂ ਬਣੇਗੀ, ਉਹ ਪ੍ਰਮਾਣਿਕ ਵੀ ਨਹੀਂ ਹੈ। ਜਾਂ ਕੋਈ ਹੋਰ ਗ੍ਰੰਥ ਇਸ ਤਰ੍ਹਾਂ ਦੇ ਕੱਢ ਕੇ ਬਹਿ ਜਾਈਏ, ਮੈਨੂੰ ਯਾਦ ਹੈ ਸਾਨੂੰ ਸਾਰ ਕੁਤਾਵਲੀ ਪੜ੍ਹਾਈ ਜ਼ਰੂਰ ਜਾਂਦੀ ਸੀ। ਸਾਰ ਕੁਤਾਵਲੀ ਦੇ ਪ੍ਰਮਾਣ ਵੀ ਜਿਹੜੇ ਆ ਉਹ ਦਿੱਤੇ ਜਾ ਸਕਦੇ ਆ, ਪਰ ਜੇ ਕੋਈ ਕਵੇ ਕਿ ਸਾਰ ਕੁਤਾਵਲੀ ਦੀ ਕਥਾ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੀ ਜਾਵੇ, ਇਹ ਗੱਲ ਨਹੀਂ ਬਣੇਗੀ, ਕਿਉਂਕਿ ਉਹਦੇ ਲਈ ਅੱਗੇ ਸ਼ਬਦ ਫਿਰ ਹੈ, ਹਾਂ ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ। ਕਥਾ ਕਰਦਿਆਂ ਜਿਹੜਾ ਪ੍ਰਮਾਣ ਹੈ ਨਾ, ਉਹ ਕਿਸੇ ਮਹਾਤਮਾ, ਜਿਵੇਂ ਮੈਂ ਇੱਕ ਤੁਹਾਨੂੰ ਸੁਣਾਵਾਂ, ਪੰਜਾਬ ਦੇ ਪੜ੍ਹੇ ਅਸੀਂ, ਇੱਥੋਂ ਦਾ ਤੇ ਮੈਨੂੰ ਖੈਰ ਪਤਾ ਨਹੀਂ ਹੈ, ਉੱਥੇ ਹਿੰਦੀ ਵਿੱਚ ਨਾ ਦੋਹੇ ਹੁੰਦੇ ਸੀ, ਦੋਹੇ ਪੜ੍ਹਾਉਂਦੇ ਹੁੰਦੇ ਸੀ ਸਾਨੂੰ। ਨਿੰਦਕ ਨੀਰੇ ਰਾਖੀਐ, ਰਹੀਮ ਦੇ ਦੋਹੇ ਸੀ, ਨਿੰਦਕ ਨੀਰੇ ਰਾਖੀਐ, ਆਂਗਣ ਕੁਟੀ ਸ਼ਵਾਏ, ਬਿਨ ਪਾਣੀ ਸਾਬਣ ਬਿਨਾ ਨਿਰਮਲ ਕਰੇ ਸੁਭਾਏ। ਬਈ ਇਹ ਪ੍ਰਮਾਣ ਅਸੀਂ ਦੇ ਸਕਦੇ ਹਾਂ ਕਿ ਵੇਖੋ ਫਲਾਣੇ ਮਹਾਤਮਾ ਨੇ ਆ ਕਿੰਨੀ ਕਮਾਲ ਦੀ ਗੱਲ ਕੀਤੀ ਹੈ। ਫਿਰ ਜਿਵੇਂ ਹੋਰ ਤੁਲਸੀਦਾਸ ਦੇ ਵੀ ਕੁਝ ਪ੍ਰਮਾਣ ਨੇ। ਭਗਤ ਕਬੀਰ ਸਾਹਿਬ ਦੀ ਦੂਜੀ ਬਾਣੀ ਵੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਜਿਹੜੀ ਕਹੀ ਜਾਂਦੀ ਹੈ ਕਬੀਰ ਸਾਹਿਬ ਦੀ ਹੈ। ਉਹਨਾਂ ਦੇ ਪ੍ਰਮਾਣ ਜਿਹੜੇ ਨੇ ਉਹ ਦਿੱਤੇ ਜਾ ਸਕਦੇ ਨੇ, ਜਿਵੇਂ ਜਬ ਹਮ ਆਏ ਜਗਤ ਮੈਂ ਜਗ ਹਸੇ ਹਮ ਰੋਏ, ਐਸੀ ਕਰਨੀ ਕਰ ਚਲੇ ਹਮ ਹਸੈ ਜਗ ਰੋਏ। ਵੀ ਜਦੋਂ ਜਨਮ ਲਿਆ ਮੈਂ ਉਦੋਂ ਮੈਂ ਰੋਂਦਾ ਸੀ, ਸੰਸਾਰ ਹੱਸਦਾ ਸੀ, ਪਰ ਮੈਂ ਇਹੋ ਜਿਹੀ ਕਰਨੀ ਕਰਕੇ ਚੱਲਿਆ, ਹੁਣ ਮੈਂ ਹੱਸਦਾ ਜਾ ਰਿਹਾ। ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਵਾਲੀ ਗੱਲ, ਹੁਣ ਮੈਂ ਹੱਸਦਾ ਜਾ ਰਿਹਾ ਤੇ ਸੰਸਾਰ ਮੇਰੀ ਮੌਤ ਤੇ ਰੋ ਰਿਹਾ, ਇਹੋ ਜਿਹੀ ਕਰਨੀ ਕਰਕੇ ਜਾਈਏ। ਇਹ ਉਹ ਨੇ ਜਿਹੜੇ ਅਨਮਤ ਦੇ ਪ੍ਰਮਾਣ ਨੇ, ਜਿਹੜੇ ਅਸੀਂ ਉਦਾਹਰਣ ਦੇ ਤੌਰ ਤੇ ਕਥਾ ਦੇ ਵਿੱਚ ਦੇ ਸਕਦੇ ਹਾਂ। ਜਿਵੇਂ ਮਹਾਤਮਾ ਬੁੱਧ ਦਾ ਇਤਿਹਾਸ ਅਸੀਂ ਸੁਣਾ ਸਕਦੇ ਹਾਂ। ਕੋਈ ਕਵੇ ਕਿ ਹਾਂ ਉਹਨਾਂ ਦੇ ਗ੍ਰੰਥਾਂ ਦੀ ਕਥਾ ਉਹ ਨਹੀਂ ਹੋ ਸਕਦੀ, ਫਿਰ ਮੇਰੀ ਗੱਲ ਨੂੰ ਸਮਝੋ। ਮੈਂ ਬੜੇ ਸਪਸ਼ਟ ਤੇ ਸਿੱਧੀ ਜਿਹੜੀ ਗੱਲ ਉਹ ਕਹਿ ਸਕਦਾ, ਸਿੱਧੀ ਹੀ ਗੱਲ ਕਹਿ ਰਿਹਾ ਕਿ ਉਹਦੇ ਪ੍ਰਮਾਣ, ਕਿਉਂਕਿ ਇੱਥੇ ਸ਼ਬਦ ਜਿਹੜੇ ਨੇ ਉਹ ਪੜ੍ਹੋ ਤੁਸੀਂ ਵੀ ਮੇਰੇ ਨਾਲ, ਮੈਂ ਤਾਂ ਵਾਰ-ਵਾਰ ਕਹਿ ਰਿਹਾ, ਈੜੀ ਦੇ ਵਿੱਚ ਪੜ੍ਹੋ, ਪਰ ਅਨਮਤ ਦੀ ਕਿਸੇ ਪੁਸਤਕ ਦੀ ਕਥਾ ਨਹੀਂ ਹੋ ਸਕਦੀ। ਅਨਮਤ ਦੀ ਕਿਸੇ ਪੁਸਤਕ ਦੀ ਕਥਾ ਨਹੀਂ ਹੋ ਸਕਦੀ। ਹਾਂ ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ, ਉੱਤਮ ਸਿੱਖਿਆ ਹੋਵੇ ਉਹ ਜਿਹੜੀ ਗੁਰਮਤ ਦੇ ਨਾਲ ਰਿਲੇਟਡ ਹੋਵੇ, ਗੁਰਮਤ ਦੇ ਅਨੁਸਾਰ ਹੋਵੇ, ਉਹਦਾ ਪ੍ਰਮਾਣ ਜਿਹੜਾ ਹੈ ਉਹ ਕਥਾ ਦੇ ਵਿੱਚ ਦਿੱਤਾ ਜਾ ਸਕਦਾ। ਇਹ ਜ਼ਰੂਰੀ ਅਸੀਂ ਵੇਖਣਾ ਹੈ। ਪਹਿਲੀ ਗੱਲ ਤੇ ਗੁਰਮਤ ਜਿਹੜੀ ਕਥਾ ਹੁੰਦੀ ਸੀ ਗੁਰਮਤ ਦੇ ਅਨੁਕੂਲ ਹੈ। ਕਥਾ ਦੇ ਵਿੱਚ ਕਹਾਣੀਆਂ, ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਬੜੀ ਸਾਫ਼ ਦੱਸਾਂ, ਇਹ ਚੱਲਣ ਅੱਜ ਬਣ ਗਿਆ ਹੈ, ਕਥਾ ਦੇ ਵਿੱਚ ਨਿੰਦਿਆ ਆਉਣ ਲੱਗ ਪਈ। ਇਹ ਕਥਾ ਨਹੀਂ ਹੈ, ਇਹ ਪੋਲੀਟੀਕਲ ਲੋਕਾਂ ਦੇ ਕੰਮ ਹੁੰਦੇ ਸਨ ਵੀ ਉਹ ਮਾੜਾ, ਉਹ ਮਾੜਾ ਜੀ, ਉਹ ਮਾੜਾ, ਉਹ ਰਾਜਨੇਤਾ ਮਾੜਾ।
ਉਹ ਸਮਾਜਿਕ ਤੌਰ ਤੇ ਤੁਸੀਂ ਇਹ ਬੋਲ ਸਕਦੇ ਹੋ ਕਿਤੇ ਵੀ ਬੈਠ ਕੇ, ਪਰ ਕਥਾ ਜਿਹੜੀ ਹੈ ਨਾ ਉਹਦੇ ਵਿੱਚ ਜੇ ਅਸੀਂ ਗੁਰੂ ਸਾਹਿਬ ਦਾ ਇਤਿਹਾਸ ਇਹ ਪ੍ਰਮਾਣ ਦਿੱਤੇ ਜਾ ਸਕਦੇ ਨੇ। ਅੱਜ ਕੱਲ ਅਸੀਂ ਸੁਣਨ ਵੀ ਉਹਨਾਂ ਨੂੰ ਜ਼ਿਆਦਾ ਲੱਗ ਪਏ, ਉਹ ਜਿਹੜੇ ਦੂਜਿਆਂ ਦੀ ਉਹ ਨਿੰਦਿਆ ਹੀ ਹੁੰਦੀ ਆ ਜੀ। ਉਹ ਕੰਨ ਰਸ ਸਾਨੂੰ ਜਿਹੜਾ ਹੈ ਉਹ ਆਉਣ ਲੱਗ ਪਿਆ। ਅਸੀਂ ਹੁਣ ਕੰਨ ਰਸ ਜਿਹੜਾ ਹੈ ਉਹ ਕਥਾ ਜਿਆਦਾ ਸੁਣਨੀ ਸ਼ੁਰੂ ਕਰ ਦਿੱਤੀ। ਉਹ ਕਥਾਵਾਚਕ ਵੀ ਜ਼ਿਆਦਾ ਮਸ਼ਹੂਰ ਹੋ ਗਏ। ਜਿਹੜੇ ਗੁਰੂ ਦੀ ਬਾਣੀ ਦੀ ਗੱਲ ਕਰਦੇ ਨੇ, ਗੁਰਮਤਿ ਦੇ ਅਨੁਕੂਲ ਚੱਲਦੇ ਨੇ, ਉਹਨਾਂ ਨੂੰ ਅਸੀਂ ਵੀ ਸੁਣਨਾ ਘਟਾਤਾ ਜੀ। ਇਹ ਤਾਂ ਸਾਖੀਆਂ ਹੀ ਸੁਣਾਉਂਦੇ ਆ, ਵਿੱਚ ਬਾਣੀ ਦੀਆਂ ਉਦਾਹਰਨਾਂ ਹੀ ਦਿੰਦੇ ਆ। ਉਹ ਤਾਂ ਸਾਡਾ ਕੰਨ ਰਸ ਨਹੀਂ ਭਰ ਰਿਹਾ। ਕੰਨ ਰਸ ਤੋਂ ਦੂਰ ਰਹਿਣਾ ਹੈ। ਕਿਸੇ ਮਹਾਤਮਾ ਜਾਂ ਉੱਤਮ ਪੁਸਤਕ ਦੀ ਉੱਤਮ ਸਿੱਖਿਆ ਦਾ ਪ੍ਰਮਾਣ ਜਿਹੜਾ ਹੈ ਉਹ ਲਿਆ ਜਾ ਸਕਦਾ ਹੈ। ਤੇ ਵਿਖਿਆਨ, ਕਥਾ ਤੇ ਵਿਖਿਆਨ ਲਗਭਗ ਸੇਮ ਹੀ ਚੀਜ਼ ਹੁੰਦੀ ਹੈ, ਕੋਈ ਇਹਦੇ ਚ ਜ਼ਿਆਦਾ ਫਰਕ ਨਹੀਂ ਹੁੰਦਾ। ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵੀ ਵਿਖਿਆਨ ਜਿਹੜਾ ਹੈ ਉਹ ਨਹੀਂ ਹੋ ਸਕਦਾ। ਹਾਂ, ਫਿਰ ਮੈਂ ਕੱਲ ਇੱਕ ਗੱਲ ਹੋਈ ਸੀ ਕਿ ਜਿਸ ਦਿਨ ਅਸੀਂ ਨਾ ਕਈ ਵਾਰ ਗੁਰੂ ਘਰਾਂ ਦੇ ਵਿੱਚ ਵੀ ਜਾਂ ਕਿਤੇ ਬਾਹਰ ਵੀ ਸਰਬ ਧਰਮ ਸੰਮੇਲਨ ਕਰਵਾਏ ਜਾਂਦੇ ਨੇ। ਸਰਬ ਧਰਮ ਸੰਮੇਲਨ ਜਿੱਥੇ ਸਾਰੇ ਧਰਮ ਦੇ ਮਹਾਤਮਾ ਜਾਂ ਸਾਰੇ ਧਰਮ ਦੇ ਨੂੰ ਮੰਨਣ ਵਾਲੇ, ਉਪਦੇਸ਼ ਦੇਣ ਵਾਲੇ ਜਿਹੜੇ ਨੇ ਉਹ ਆਉਂਦੇ ਨੇ। ਉਹ ਫਿਰ ਆਪਣੇ ਧਰਮ ਦੀ ਗੱਲ ਰੱਖਦੇ ਨੇ। ਜ਼ਿਆਦਾਤਰ ਵੈਸੇ ਇਦਾਂ ਹੁੰਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਅਸੀਂ ਪਿੱਛੇ ਮਨਾਇਆ, ਉਹਦੇ ਵਿੱਚ 550 ਸਾਲਾਂ ਦੇ ਵਿੱਚ ਸਰਬ ਧਰਮ ਸੰਮੇਲਨ ਕੀਤੇ ਗਏ ਤੇ ਬਾਕੀ ਧਰਮ ਦੇ ਜਿਹੜੇ ਸਨ ਉਹਨਾਂ ਵੀ ਆ ਕੇ ਗੁਰੂ ਨਾਨਕ ਸਾਹਿਬ ਦੀ ਸਿਫਤ ਕੀਤੀ। ਉਹਨਾਂ ਵੀ ਆ ਕੇ ਇਹ ਦੱਸਿਆ ਕਿ ਸੱਚਮੁੱਚ ਗੁਰੂ ਨਾਨਕ ਸਾਹਿਬ ਆਏ ਤੇ ਆ ਜਿਹੜੇ ਮਹਾਨ ਕਾਰਜ ਉਹਨਾਂ ਨੇ ਕੀਤੇ, ਕੋਈ ਹੋਰ ਨਹੀਂ ਸੀ ਕਰ ਸਕਦਾ। ਉਹ ਕਥਾ ਤੋਂ, ਵਿਖਿਆਨ ਤੋਂ ਇੱਕ ਵੱਖਰੀ ਚੀਜ਼ ਹੈ। ਜਿਹੜਾ ਸਰਬ ਧਰਮ ਸੰਮੇਲਨ ਹੈ ਉਹਨੂੰ ਕਥਾ ਨਾਲ ਨਹੀਂ ਜੋੜਿਆ ਜਾ ਸਕਦਾ ਕਦੇ ਵੀ। ਕਥਾ ਇੱਕ ਵੱਖਰੀ ਚੀਜ਼ ਹੈ ਤੇ ਉਹਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਕਿ ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵਿਖਿਆਨ ਨਹੀਂ ਹੋ ਸਕਦਾ। ਗੁਰਮਤ ਤੋਂ ਵਿਰੁੱਧ ਕੁਝ ਵੀ ਨਹੀਂ ਹੋ ਸਕਦਾ। ਵਿਖਿਆਨ ਦੀ ਗੱਲ, ਕਥਾ ਤੇ ਵਿਖਿਆਨ ਦੀ ਇੱਥੇ ਚੱਲ ਰਹੀ ਹੈ। ਇਹ ਜਿਹੜਾ ਵਿਸ਼ਾ ਹੈ ਨਾ ਇਹ ਵਾਲਾ, ਮੈਂ ਵੈਸੇ ਅੱਜ ਪੂਰਾ ਜਿਹੜਾ ਹੈ ਉਹ ਫਿਨਿਸ਼ ਕਰਨਾ ਹੈ ਕਿ ਜਿਹੜਾ ਪ੍ਰੋਗਰਾਮ ਹੈ ਗੁਰਦੁਆਰੇ ਦਾ ਉਹ ਵੀ ਕਿਵੇਂ ਆ, ਫਿਰ ਆਪਾਂ ਥੋੜੀ ਜਿਹੀ ਡਿਟੇਲ ਕਰਕੇ ਸਮਾਪਤੀ ਕਰਾਂਗੇ, ਕਿਉਂਕਿ ਉਸ ਤੋਂ ਬਾਅਦ ਗੁਰਮਤਿ ਦੀ ਰਹਿਣੀ ਸ਼ੁਰੂ ਹੋ ਜਾਏਗੀ। ਉਹ ਇੱਕ ਵੱਖਰਾ ਟੌਪਿਕ ਹੈ, ਵੱਖਰਾ ਵਿਸ਼ਾ ਹੈ। ਮੈਂ ਭਾਈ ਲਖਬੀਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹ ਜਿਹੜਾ ਗੁਰਦੁਆਰੇ ਦਾ ਪ੍ਰੋਗਰਾਮ 7 ਨੰਬਰ ਆਪਸ਼ਨ ਹੈ ਉਹ ਵੀ ਜਿਹੜਾ ਹੈ ਉਹ ਜ਼ਰੂਰ ਦੇਣ। ਆ ਰਿਹਾ ਨਾਲ? ਹਾਂਜੀ, ਕਿ ਗੁਰਦੁਆਰੇ ਦਾ ਜਿਹੜਾ ਪ੍ਰੋਗਰਾਮ ਹੈ ਉਹ ਕੀ ਹੋਏਗਾ। ਗੁਰਦੁਆਰੇ ਦਾ ਪ੍ਰੋਗਰਾਮ ਧਿਆਨ ਨਾਲ ਸੁਣੋ ਮਾੜਾ ਜਿਹਾ। ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ, ਇਹ ਆਮ ਤੌਰ ਸ਼ਬਦ ਵਰਤਿਆ ਗਿਆ, ਕਿਉਂ ਵਰਤਿਆ ਗਿਆ ਵੀ ਮੈਂ ਦੱਸਾਂਗਾ। ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਉਂ ਹੁੰਦਾ ਹੈ, ਕਿਵੇਂ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਹ ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਜਿਹੜਾ ਸਮਾਂ ਹੈ ਉਹ ਨਿਰਧਾਰਿਤ ਕੀਤਾ ਜਾਂਦਾ ਹੈ। ਕਿਉਂਕਿ ਨਾਰਥ ਤੇ ਸਾਊਥ, ਮੈਂ ਇੱਕ ਗੱਲ ਦੱਸਾਂ, ਸ਼ਾਇਦ ਤੁਹਾਨੂੰ ਪਤਾ ਹੋਵੇ ਇਸ ਚੀਜ਼ ਦਾ, ਕਿ ਕਸ਼ਮੀਰ ਤੋਂ ਲੈ ਕੇ ਜਦੋਂ ਕੰਨਿਆ ਕੁਮਾਰੀ ਤੱਕ ਜਾਂਦੇ ਆ ਨਾ, ਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਦੇ ਸਮੇਂ ਦੇ ਵਿੱਚ ਹੀ 30-35 ਮਿੰਟ ਦਾ ਫਰਕ ਜਿਹੜਾ ਹੈ ਉਹ ਹੈ। ਮਤਲਬ 30-35 ਮਿੰਟ ਦਾ ਫਰਕ ਜਿਹੜਾ ਹੈ ਉਹ ਹੈਗਾ ਇਹ ਵਿੱਚ। ਉਹ ਫਿਰ ਉਸ ਅਨੁਸਾਰ ਜਿਹੜਾ ਪ੍ਰਕਾਸ਼ ਦਾ ਸਮਾਂ ਹੈ ਨਾ ਹਰ ਜਗ੍ਹਾ ਤੇ ਉਹ ਆਪਣਾ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਇੰਨੇ ਵਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਦੁਆਰੇ ਸਾਹਿਬ ਵਿੱਚ ਹੋਏਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਉਸ ਤੋਂ ਬਾਅਦ ਕੀਰਤਨ, ਕਥਾ, ਵਿਖਿਆਨ, ਨਿਤਨੇਮ ਤੇ ਹੈ ਹੀ ਹੈ ਨਾ, ਉਹ ਤੇ ਕੰਪਲਸਰੀ ਹੈ ਨਾ। ਫਿਰ ਕੀਰਤਨ, ਫਿਰ ਕਥਾ, ਦੇਖੋ ਪਹਿਲੋਂ ਕੀਰਤਨ ਆਇਆ, ਫਿਰ ਕਥਾ ਆਈ, ਵਿਖਿਆਨ, ਉਸ ਤੋਂ ਬਾਅਦ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਫਤਿਹ, ਫਿਰ ਜੈਕਾਰਾ ਤੇ ਫਿਰ ਹੁਕਮ ਦਾ ਭਾਵ ਹੁਕਮਨਾਮਾ। ਹਰ ਗੁਰੂ ਘਰ ਦੇ ਵਿੱਚ ਲਗਭਗ ਇਹੀ ਮਰਿਆਦਾ ਸੇਮ ਇਸੇ ਤਰ੍ਹਾਂ ਹੀ ਚੱਲਦੀ ਹੈ ਤੇ ਇਸੇ ਤਰ੍ਹਾਂ ਹੀ ਇਹ ਗੁਰੂ ਰਹਿਮਤ ਕਰੇ ਚੱਲਦੀ ਰਵੇ ਇਸੇ ਤਰ੍ਹਾਂ ਹੀ। ਇਹ ਗੁਰਦੁਆਰੇ ਦਾ ਨਿਤਾ ਪ੍ਰਤੀ ਦਾ ਜਿਹੜਾ ਆਮ ਤੌਰ ਤੇ ਸ਼ਬਦ ਇਹ ਲਿਖਿਆ ਹੈ ਵੀ ਕੋਈ ਮੌਕਾ ਜੇ ਸਮਾਗਮ ਦਾ ਹੋਵੇ ਉਦੋਂ ਪ੍ਰਕਾਸ਼ ਜਲਦੀ ਵੀ ਥੋੜਾ ਜਿਹਾ ਪਹਿਲੋਂ ਵੀ ਹੋ ਸਕਦਾ ਹੈ,
ਉਦੋਂ ਪ੍ਰਕਾਸ਼ ਗੁਰੂ ਸਾਹਿਬ ਦਾ ਲੇਟ ਰਾਤ ਲੇਟ ਤੱਕ ਜੇ ਕੋਈ ਦੀਵਾਨ ਚੱਲ ਰਹੇ ਨੇ, ਕੋਈ ਸਮਾਗਮ ਚੱਲ ਰਹੇ ਨੇ, ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਲੇਟ ਤੱਕ ਦੇਰ ਤੱਕ ਵੀ ਜਿਹੜਾ ਉਹ ਰਹਿ ਸਕਦਾ। ਇੱਥੇ ਆਮ ਤੌਰ ਤੇ ਸ਼ਬਦ ਤਾਂ ਵਰਤਿਆ ਗਿਆ ਕਿ ਕੁਝ ਜ਼ਰੂਰੀ ਹਾਲਾਤਾਂ ਦੇ ਵਿੱਚ ਇਸ ਟਾਈਮ ਦੇ ਵਿੱਚ ਕੋਈ ਚੇਂਜ ਜਿਹੜਾ ਹੈ ਉਹ ਵੀ ਕੀਤਾ ਜਾ ਸਕਦਾ ਹੈ, ਇਹਨੂੰ ਟਾਈਮ ਨੂੰ ਬਦਲਿਆ ਵੀ ਜਾ ਸਕਦਾ ਹੈ। ਸੋ ਅੱਜ ਇਹ ਜਿਹੜਾ ਹੈ ਇਸ ਤੋਂ ਅੱਗੇ ਗੁਰਮਤਿ ਦੀ ਰਹਿਣੀ ਸ਼ੁਰੂ ਹੋਏਗੀ, ਉਹ ਆਪਾਂ ਕੱਲ ਨੂੰ ਵਿਚਾਰਨੀ ਹੈ। ਗੁਰਮਤਿ ਦੀ ਰਹਿਣੀ ਜਿਹੜੀ ਹੈ ਅੱਜ ਜਿਹੜਾ ਹੈ ਨਾ, ਉਹ ਗੁਰੂ ਇੱਥੇ ਵਾਹਿਗੁਰੂ ਪੰਥ ਨੇ ਇਸ ਰਹਿਤ ਮਰਿਆਦਾ ਦੇ ਅੰਦਰ ਜਿਸ ਗੱਲ ਦਾ ਜ਼ਿਕਰ ਕੀਤਾ ਹੈ ਨਾ, ਕਿ ਜੋ ਕਥਾ ਹੈ ਗੁਰਬਾਣੀ ਦੀ ਕਥਾ, ਉਹਨੂੰ ਅਸੀਂ ਕੰਨ ਰਸ ਨਾ ਬਣਾਈਏ ਆਪਣੇ ਲਈ। ਮੈਂ ਉਦਾਹਰਨ ਦੇਣਾ ਨਾਮ ਹੀ, ਅਸੀਂ ਸ਼ਾਇਦ ਉਦਾਹਰਨ ਤੁਹਾਨੂੰ ਠੀਕ ਲੱਗੇ ਜਾਂ ਨਾ, ਇੱਕ ਵੱਖਰੀ ਗੱਲ ਹੈ। ਅਸੀਂ ਜਦੋਂ ਕਿਸੇ ਰੈਸਟੋਰੈਂਟ ਵਿੱਚ ਖਾਣ ਲਈ ਜਾਂਦੇ ਹਾਂ ਤੇ ਮੈਨੂ ਸਾਡੇ ਸਾਹਮਣੇ ਰੱਖਿਆ ਜਾਂਦਾ ਵੀ ਆਹ ਚੀਜ਼ਾਂ ਸਾਡੇ ਕੋਲ ਅਵੇਲੇਬਲ ਹੈਗੀਆਂ, ਅਸੀਂ ਆਪਣੀ ਪਸੰਦ ਉਹਨਾਂ ਨੂੰ ਦੱਸਦੇ ਹਾਂ ਤੇ ਉਹ ਚੀਜ਼ ਉਹ ਲਿਆ ਕੇ ਸਾਨੂੰ ਪਰੋਸ ਦਿੰਦੇ ਆ। ਹੁਣ ਕੁਝ ਕੁ ਜਿਹੜੇ ਕਥਾ ਕਰਨ ਵਾਲਿਆਂ ਦਾ ਵੀ ਸਿਸਟਮ ਇਹ ਬਣ ਗਿਆ, ਉਹ ਤੁਹਾਡੀ ਪਸੰਦ ਦੇਖਦੇ ਆ, ਤੁਹਾਡਾ ਕੰਨ ਰਸ ਵੇਖਦੇ ਆ ਕਿ ਕੰਨ ਰਸ ਇਹਦਾ ਕਿੱਥੇ ਆ, ਕੰਨ ਰਸ ਇਹਦਾ ਕਿੱਥੋਂ ਤੱਕ, ਫਿਰ ਉਹੀ ਗੱਲਾਂ ਤੁਹਾਨੂੰ ਸੁਣਾਉਣਗੇ। ਉਸ ਤੋਂ ਪਾਸੇ ਨਹੀਂ ਉਹ ਕਿਤੇ ਵੀ ਜਾਂਦੇ, ਉਹੀ ਗੱਲਾਂ ਉਹੀ ਚਾਰ ਗੱਲਾਂ ਸੁਣਾਉਂਦੇ ਰਹਿਣਗੇ। ਉਹ ਆਪਣੇ ਮਸ਼ਹੂਰ ਹੋਣ ਲਈ ਵੀ ਜਾਂ ਕੁਝ ਵੀ ਕਹਿ ਲਓ, ਉਹ ਫਿਰ ਸ਼ੁਰੂ ਵਿਸ਼ਾ ਭਾਵੇਂ ਕੋਈ ਵੀ ਹੋਵੇ, ਕਥਾ ਭਾਵੇਂ ਕਿਸੇ ਗੁਰਪੁਰਬ ਦੀ ਹੋਵੇ, ਉਹ ਸ਼ੁਰੂ ਕਰਨਗੇ ਵੀ ਸੰਤਾਂ ਨੇ ਲੁੱਟ ਲਿਆ। ਉਹ ਜਦੋਂ ਕੋਈ ਵਿਸ਼ਾ ਉਹੋ ਜਿਹਾ ਹੋਏਗਾ ਸੀ ਉਦੋਂ ਇਹ ਕਥਾ ਉਹ ਕਰਨੀ ਹੈ, ਪਰ ਉਹ ਤੁਹਾਡਾ ਕੰਨ ਰਸ ਜਿਹੜਾ ਉਹ ਵੇਂਦੇ ਆ ਵੀ ਚਿੱਟੀ ਸਿਉਂਕ ਨੇ ਲੁੱਟ ਲਿਆ, ਅੱਜ ਆਹ ਕਰ ਲਿਆ, ਉਹ ਕਰ ਲਿਆ। ਅਸੀਂ ਕੰਨ ਰਸ ਚ ਆ ਕੇ ਬੱਲੇ ਬੱਲੇ, ਤੇ ਭਾਈ ਸਾਹਿਬ ਨੇ ਕਮਾਲ ਕਰ ਦਿੱਤਾ। ਇਹ ਸਾਡਾ ਕੰਨ ਰਸ ਹੈ, ਜਿਹਨੂੰ ਸਾਹਮਣੇ ਬੈਠੇ ਵਾਲਾ, ਸਾਹਮਣੇ ਬੈਠਾ ਕਥਾ ਕਰਨ ਵਾਲਾ, ਵਿਖਿਆਨ ਕਰਨ ਵਾਲਾ, ਉਹ ਸਾਡਾ ਕੰਨ ਰਸ ਸਾਨੂੰ ਸੁਣਾਉਂਦਾ, ਅਸੀਂ ਖੁਸ਼ ਹੁੰਦੇ ਜਾਂਦੇ ਹਾਂ। ਬਸ ਇਹ ਕਥਾ ਨਹੀਂ ਹੈ। ਕਥਾ ਦੇ ਵਿੱਚ ਕਿਸੇ ਦੇ ਔਗਣ ਵੀ ਫਲਾਣਾ ਬੰਦੇ ਨੇ ਆਹ ਕਰਤਾ, ਫਲਾਣੇ ਬੰਦੇ ਨੇ ਆਹ ਕਰਤਾ, ਜੀਓ ਪੋਲੀਟੀਕਲ ਬੰਦੇ ਨੇ ਆਹ ਕਰਤਾ, ਇਹ ਵੀ ਕਥਾ ਨਹੀਂ ਹੈ। ਕਥਾ ਹੈ ਕਿ ਮੇਰਾ ਗੁਰੂ ਕੀ ਕਰ ਰਿਹਾ ਤੇ ਮੈਂ ਕੀ ਕਰ ਰਿਹਾ, ਮੇਰੇ ਗੁਰੂ ਨੇ ਕੀ ਸਾਨੂੰ ਦੱਸਿਆ, ਬਾਣੀ ਕੀ ਕਹਿ ਰਹੀ ਹੈ, ਮੈਂ ਕੀ ਕਰ ਰਿਹਾ, ਅਸੀਂ ਕੀ ਕਰ ਰਹੇ ਹਾਂ, ਅਸੀਂ ਅੰਮ੍ਰਿਤ ਵੇਲਾ ਕਿਉਂ ਨਹੀਂ ਸਾਂਭ ਰਹੇ, ਅਸੀਂ ਨਿਤਨੇਮ ਕਿਉਂ ਨਹੀਂ ਕਰ ਰਹੇ, ਅਸੀਂ ਗੁਰੂ ਦੇ ਨਾਲ ਕਿਉਂ ਨਹੀਂ ਜੁੜ ਰਹੇ, ਅਸੀਂ ਆਹ ਜਿਹੜੇ ਧਰਮ ਦੇ ਕਰਮ ਕਰਨੇ ਨੇ ਕਿਉਂ ਨਹੀਂ ਕਰ ਰਹੇ। ਇਹਨਾਂ ਵਿਸ਼ਿਆਂ ਤੇ ਤਾਂ ਅਸੀਂ ਆਉਂਦੇ ਹੀ ਨਹੀਂ ਕਥਾ ਦੇ ਵਿੱਚ, ਇਹਨਾਂ ਵਿਸ਼ਿਆਂ ਤੇ ਨਹੀਂ ਆਉਂਦੇ। ਅਸੀਂ ਬਸ ਇੱਕ ਨੇ ਉਹਨੂੰ ਮਾੜਾ ਕਹਿਤਾ, ਦੂਜੇ ਨੇ ਉਹਨੂੰ ਮਾੜਾ ਕਹਿਤਾ, ਤੀਜੇ ਨੇ ਉਹਨੂੰ ਮਾੜਾ, ਚੌਥਾ ਮਿਲਿਆ ਉਹਨੇ ਸਾਰਿਆਂ ਨੂੰ ਮਾੜਾ ਕਹਿਤਾ, ਇੱਕ ਦੂਜੇ ਦੇ ਨਾਲ ਇਵੇਂ ਚੱਲੇ ਆਉਂਦੇ ਆ। ਫਿਰ ਇਸ ਗੱਲ ਨੂੰ ਸਮਝਿਓ, ਇਹ ਜਿਹੜਾ ਕਥਾ ਦਾ ਵਿਸ਼ਾ ਹੈ ਨਾ, ਇਹ ਬੜਾ ਬਰੀਕ ਹੈ। ਕਿਉਂਕਿ ਜਿਹੜੀ ਕਥਾ ਹੈ ਨਾ, ਕਥਾ ਇਹਨੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਫਿਰ ਵੀ ਕਰਾਂ, ਜਿਹੜਾ ਮੀਂਹ ਹੈ, ਜਿਹੜਾ ਕੀਰਤਨ ਹੈ ਨਾ, ਉਹ ਮੂਸਲੇ ਧਾਰ ਮੀਂਹ ਦੀ ਤਰ੍ਹਾਂ, ਤੇਜ਼ ਮੀਂਹ ਦੀ ਤਰ੍ਹਾਂ, ਜਿਹੜਾ ਸਾਡੇ ਉੱਪਰਲਾ ਗੰਦ ਰੋੜ ਕੇ ਲੈ ਜਾਂਦਾ ਹੈ। ਤੇ ਜਿਹੜੀ ਕਥਾ ਹੈ ਇਹ 3 ਮਹੀਨੇ ਕਣੀਆਂ ਦੀ ਤਰ੍ਹਾਂ ਜਿਹੜੀਆਂ ਵਿੱਚ ਸਮਾਉਂਦੀ ਜਾਂਦੀ ਹੈ। ਫਿਰ ਕੀਰਤਨ ਸਫਾਈ ਕਰਦਾ ਜਾਂਦਾ ਹੈ ਤੇ ਇਹ ਕਥਾ ਜਿਹੜੀ ਉਹ ਅੰਦਰ ਸਮਾਉਂਦੀ ਜਾਂਦੀ, ਅੰਦਰ ਵਸਦੀ ਜਾਂਦੀ ਹੈ। ਕਿੰਨਵੇਂ ਮੀਂਹ ਪੈਂਦਾ ਹੋਵੇ ਉਹ ਧਰਤੀ 'ਚ ਜਾਂਦਾ, ਉਹ ਨਾਲੀਆਂ 'ਚ ਨਹੀਂ ਪਾਣੀ ਜਾਂਦਾ। ਕਥਾ ਉਸ ਤਰ੍ਹਾਂ ਹੈ। ਸੋ ਇਹ ਕੁਛ ਕੁ ਵਿਚਾਰਾਂ ਜਿਹੜੀਆਂ ਨੇ ਨਾ, ਇਹ ਜ਼ਰੂਰੀ ਨੇ ਸਾਡੇ ਲਈ। ਕਥਾ ਕੀਰਤਨ ਸੁਖਦਾਈ, ਬੜੀਆਂ ਬਾਣੀ ਦੇ ਅੰਦਰ ਪੰਕਤੀਆਂ ਮੇਰੇ ਸੱਚੇ ਪਾਤਸ਼ਾਹ ਨੇ ਦਿੱਤੀਆਂ ਕਿ ਕਥਾ ਕਰਨੀ, ਕੀਰਤਨ ਕਰਨਾ, ਇਹ ਸੱਚਮੁੱਚ ਸੁੱਖ ਦੇਣ ਵਾਲਾ ਹੈ। ਕਥਾ ਦੀਆਂ ਹੋਰ ਵੀ ਬੜੀਆਂ ਪੰਕਤੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦੀਆਂ ਹਨ। ਸੁਣ ਹਰ ਕਥਾ, ਆ ਪੰਕਤੀ ਬੜੇ ਕਮਾਲ ਦੀ ਯਾਦ ਆਈ। ਸੁਣ ਹਰ ਕਥਾ ਉਤਾਰੀ ਮੈਲ, ਜਿਹੜੀ ਸੁਣ ਹਰ ਕਥਾ, ਪ੍ਰਮਾਤਮਾ ਦੀ ਕਥਾ ਸੁਣ ਕੇ ਤੇ ਜਿਹੜੀ ਅੰਦਰਲੀ ਮੈਲ ਜਿਹੜੀ ਹੈ ਉਹ ਉਤਾਰੀ। ਤੇ ਜੇ ਕਥਾ ਸੁਣ ਕੇ ਨਿੰਦਿਆ, ਉਹ ਵੀ ਮਾੜਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ ਵੀ ਪਿੰਡ ਸਾਡੇ ਦੀ ਗੱਲ ਹੈ, ਚਲੋ ਨਾਂ ਨਹੀਂ ਲਵਾਂਗਾ, ਉਹ ਕੌਣ ਸੀ। 3 ਦੀਵਾਨ ਸਨ ਉਹਦੇ, ਉਹਨੇ 3 ਦਿਨ ਕਥਾ ਕੀਤੀ, 3 ਦੀਵਾਨ ਲਾਏ। ਤੇ ਇੱਕੋ ਪੋਲੀਟੀਕਲ ਬੰਦਾ ਜਿਹੜਾ ਹੈ ਨਾ, ਪੋਲੀਟੀਕਲ ਬੰਦਾ, ਪੋਲੀਟੀਸ਼ੀਅਨ ਸੀ ਉਹ 3 ਦਿਨ ਦੇ ਦੀਵਾਨ ਉਹਨੇ ਉਸੇ ਬੰਦੇ ਤੇ ਹੀ ਲਾਤੇ ਜੀ। ਉਹ ਆਹ ਕਰਦਾ, ਉਹ ਆਹ ਕਰਤਾ, ਉਹਨੇ ਉਹ ਕਰਤਾ, ਉਹਨੇ ਉਹ ਕਰਤਾ। ਤੀਜੇ ਦਿਨ ਸਮਾਪਤੀ ਹੋਈ, ਮੈਨੂੰ ਮਿਲਿਆ, ਮੈਂ ਫਤਿਹ ਬੁਲਾਈ। ਮੈਂ ਕਿਹਾ ਜੀ ਗੱਲ ਜੀ ਨਹੀਂ ਬਣੀ। ਤੁਸੀਂ 3 ਦਿਨ ਇਹ ਤਾਂ ਦੱਸਿਆ ਵੀ ਉਹ ਪੋਲੀਟੀਸ਼ੀਅਨ ਕੀ ਕਰ ਰਿਹਾ ਹੈ, ਪਰ 3 ਦਿਨ ਤੁਸੀਂ ਇਹ ਤਾਂ ਨਹੀਂ ਦੱਸਿਆ ਮੇਰੇ ਗੁਰੂ ਨੇ ਕੀ ਕੀਤਾ। ਵੀ 10 ਗੁਰੂ ਸਾਹਿਬਾਨਾਂ ਦਾ ਜੀਵਨ ਹੈ, ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਤੁਸੀਂ ਇਹ ਤਾਂ ਦੱਸਿਆ ਹੀ ਨਹੀਂ ਵੀ ਗੁਰੂ ਸਾਹਿਬਾਨਾਂ ਨੇ ਕੀ ਕੀਤਾ। ਤੁਸੀਂ ਤਾਂ ਉਸੇ ਪੋਲੀਟੀਸ਼ੀਅਨ ਦੇ ਮਗਰ ਹੀ ਤੇ, ਮਤਲਬ
ਤੇ ਉਹ ਜਿਹੜੇ ਦੂਜੇ ਸਾਨੂੰ ਕਹਿੰਦੇ ਵੀ ਤੁਸੀਂ ਕਮਾਲ ਕਰਤੀ, ਕਿਉਂਕਿ ਕੰਨ ਰਸ ਸੁਣਨ ਦੇ ਵਾਸਤੇ, ਕੰਨ ਰਸ ਸਾਡਾ ਜਿਹੜਾ ਹੈ ਨਾ, ਸਾਨੂੰ ਉਹ ਚੀਜ਼ ਮਿਲ ਗਈ, ਬਾਕੀ ਕਿਸੇ ਚੀਜ਼। ਇਹ ਕਥਾ ਦੇ ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ, ਬੜੀਆਂ ਜ਼ਰੂਰੀ ਨੇ। ਅਸੀਂ ਹੀ ਇਹ ਕਹਿਣਾ ਬਾਈ ਅਸੀਂ ਕਥਾ ਸੁਣਨੀ ਹੈ, ਸਾਨੂੰ ਗੁਰਬਾਣੀ ਸੁਣਾ, ਗੁਰਬਾਣੀ ਦੀ ਕਥਾ ਸੁਣਾ, ਸਾਨੂੰ ਇਤਿਹਾਸ ਸੁਣਾ, ਅਸੀਂ ਕਿਸੇ ਤੋਂ ਕੀ ਲੈਣਾ, ਕੋਈ ਜੋ ਮਰਜ਼ੀ ਕਰਦਾ ਰਹੇ। ਮੈਂ ਕੀ ਕਰਦਾ, ਕਥਾ ਹੈ ਕੀ ਇਹ ਸੁਣਿਓ, ਮੈਂ ਤੁਹਾਨੂੰ ਉਹਦੀ ਇੱਕ ਵੰਨਗੀ ਦੇਣਾ ਵੀ ਉਹ ਕਥਾ ਕੀ ਹੁੰਦੀ ਹੈ। ਕਥਾ ਦੀ ਸ਼ੁਰੂਆਤ ਜਿਹੜੀ ਹੈ ਨਾ, ਸਭ ਤੇ ਹਮ ਬੁਰੇ। ਸਿੱਖੀ ਦੀ ਵੀ ਸ਼ੁਰੂਆਤ ਇਸੇ ਗੱਲ ਤੋਂ ਹੀ ਹੈ ਕਿ ਸਭ ਤੇ ਹਮ ਬੁਰੇ। ਇੱਥੇ ਮੈਂ ਨਹੀਂ ਬੁਰਾ, ਇੱਥੇ ਉਹ ਬੁਰਾ ਹੈ, ਉਹ ਵੀ ਬੁਰਾ ਹੈ, ਉਹ ਵੀ ਮਾੜਾ, ਉਹ ਵੀ ਮਾੜਾ। ਕਥਾ 'ਚ ਇਹ ਕੁਝ ਹੁੰਦਾ ਹੈ, ਪਰ ਸ਼ੁਰੂਆਤ ਸਿੱਖੀ ਦੀ ਇੱਥੋਂ ਹੈ ਕਿ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੈਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਚੰਗੀ ਹੈ, ਭਲੀ ਹੈ, ਸਭ ਤੋਂ ਮਾੜਾ ਮੈਂ ਹਾਂ, ਸਭ ਤੋਂ ਬੁਰਾ ਮੈਂ ਹਾਂ। ਆਪ ਪੜ੍ਹਦੇ ਆ ਨਾ, ਫਰੀਦ ਸਾਹਿਬ ਨੇ ਕਿੱਡੀ ਕਮਾਲ ਕੀਤੀ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ। ਮੈਂ ਕਹਿੰਦੇ ਮੈਂ ਤੇ ਗੁਨਾਹਾਂ ਨਾਲ ਭਰਿਆ ਪਿਆ, ਮੇਰੇ ਕਾਲੇ ਕੱਪੜੇ, ਕਾਲਾ ਵੇਸ਼, ਜਿਹੋ ਜਿਹਾ ਕੱਪੜੇ ਉਹੋ ਜਿਹਾ ਮੇਰਾ ਅੰਦਰ। ਤੇ ਸਾਡੇ ਕਥਾ ਵਾਲੇ ਨਹੀਂ, ਮੇਰੀ ਗੱਲ ਨਹੀਂ ਵੀ ਉਹ ਬੜਾ ਮਾੜਾ ਹੈ। ਇੱਥੇ ਮੈਂ ਤੋਂ ਸ਼ੁਰੂਆਤ, ਇੱਥੇ ਤੂੰ ਤੋਂ ਸ਼ੁਰੂਆਤ ਨਹੀਂ ਹੈ। ਅਸੀਂ ਤੂੰ ਤੋਂ ਸ਼ੁਰੂਆਤ ਕਰਨੀ ਸ਼ੁਰੂ ਕਰ ਦਿੱਤੀ, ਮੈਂ ਤੋਂ ਸ਼ੁਰੂਆਤ ਜਿਹੜੀ ਉਹ ਅਸੀਂ ਛੱਡ ਹੀ ਗਏ। ਭਾਈ ਗੁਰਦਾਸ ਜੀ ਦਾ ਮੈਂ ਜ਼ਿਕਰ ਅੱਗੇ ਤੁਹਾਡੇ ਨਾਲ ਕੀਤਾ। ਭਾਈ ਗੁਰਦਾਸ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦਾ ਸੁਭਾਗ ਜਿਨ੍ਹਾਂ ਨੂੰ ਮਿਲਿਆ, ਉਹਨਾਂ ਵਰਗਾ ਸਿੱਖ ਕੌਣ ਹੋਏਗਾ। ਉਹ ਪਤਾ ਆਪਣੇ ਬਾਰੇ ਕੀ ਕਹਿ ਰਹੇ ਨੇ, ਉਹ ਆਪਣੀ ਰਚਨਾ ਵਿੱਚ ਉਹਦੇ ਬਾਰੇ, ਭਾਈ ਗੁਰਦਾਸ ਆਪਣੇ ਬਾਰੇ ਹੀ ਕਹਿ ਰਹੇ ਨੇ ਕਿ ਮੇਰੀ ਹਾਲਤ ਇਹ ਹੈ ਕਿ ਚੋਰ ਜਾਰ ਜੁਆਰ ਹਾਂ ਪਰ ਘਰ ਜੋ ਹੁੰਦਾ, ਕਿ ਮੈਂ ਚੋਰ ਹਾਂ, ਜੁਆਰ ਹਾਂ, ਮੈਂ ਪਰਾਏ ਘਰਾਂ ਵੱਲ ਤੱਕਣ ਵਾਲਾ ਹਾਂ। ਵੀ ਮੇਰੀ ਇਹ ਜਿਹੜੀ ਹੈ ਉਹ ਹਾਲਤ ਮੇਰੀ ਬਣੀ ਹੋਈ ਹੈ। ਹਾਉ ਅਪਰਾਧੀ ਗੁਨਾਹਗਾਰ। ਉਹਨਾਂ ਸ਼ੁਰੂ ਇੱਥੋਂ ਕੀਤਾ ਕਿ ਮੈਂ ਅਪਰਾਧੀ ਹਾਂ। ਵੇਖੋ ਉਹਨਾਂ ਮੈਂ ਤੋਂ ਸ਼ੁਰੂ ਕੀਤਾ, ਹਾਉ ਤੋਂ ਮੈਂ, ਹਾਉ ਅਪਰਾਧੀ ਗੁਨਾਹਗਾਰ, ਹਾਉ ਬੇਮੁਖ ਮੰਦਾ। ਮੈਂ ਅਪਰਾਧੀ ਹਾਂ, ਬੇਮੁਖ ਹਾਂ, ਮੰਦਾ ਹਾਂ, ਚੋਰ ਹਾਂ, ਜੁਆਰ ਹਾਂ, ਪਰਾਏ ਘਰ ਤੱਕਣ ਵਾਲਾ ਹਾਂ ਮੈਂ। ਸ਼ੁਰੂਆਤ ਤੇ ਇੱਥੋਂ ਹੈ ਕਿ ਮੈਂ ਮਾੜਾ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਹਮ, ਮੈਂ ਆਪਣੀ ਗੱਲ ਕੀਤੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਇੱਥੇ ਗੱਲ ਮੇਰੀ ਨਹੀਂ, ਕਥਾ ਦੇ ਵਿੱਚ ਹੀ ਪੈਂਦਿਆਂ ਹੀ ਦੂਜੇ ਤੋਂ ਗੱਲ ਸ਼ੁਰੂ ਕਰਦੇ ਹਾਂ ਜੀ ਉਹ ਮਾੜਾ ਹੈ। ਇਹ ਕਥਾ ਨਹੀਂ ਹੈ। ਮੈਂ ਅੱਜ ਕਥਾ ਦਾ ਵਿਸ਼ਾ ਹੈ ਤਾਂ ਤੁਹਾਡੇ ਨਾਲ ਵਿਸਥਾਰ ਨਾਲ ਵਿਚਾਰ ਕਰ ਰਿਹਾ ਕਿ ਇਹ ਕਥਾ ਨਹੀਂ ਹੈ ਜਿੱਥੇ ਦੂਜੇ ਨੂੰ, ਕਥਾ ਦੀ ਸ਼ੁਰੂਆਤ ਤੇ ਮੇਰੇ ਤੋਂ ਹੈ, ਕਿਸੇ ਦੂਜੇ ਤੋਂ ਥੋੜੀ ਹੈ। ਪਹਿਲੋਂ ਮੈਂ ਤਾਂ ਦੱਸਾਂ ਮੈਂ ਕੌਣ ਹਾਂ, ਜਾਂ ਗੁਰਬਾਣੀ ਕੀ ਕਹਿ ਰਹੀ ਹੈ, ਇਤਿਹਾਸ ਸਾਡਾ ਕੀ ਕਹਿ ਰਿਹਾ। ਅਸੀਂ ਕੰਨ ਰਸ ਤੋਂ ਪਾਸੇ ਹੋਈਏ। ਕਥਾ ਦਾ ਜਿਹੜਾ ਕੰਨ ਰਸ ਅਸੀਂ ਬਣਾ ਲਿਆ ਨਾ, ਉਸ ਕੰਨ ਰਸ ਤੋਂ ਪਾਸੇ ਹੋਈਏ। ਕਥਾ ਵੀ ਤੇ ਕੀਰਤਨ ਵਿੱਚ ਵੀ ਅਸੀਂ ਕੰਨ ਰਸ ਬਣਾ ਲਿਆ। ਅਸੀਂ ਗਾਣਿਆਂ ਦੀਆਂ ਜਿਹੜੀਆਂ ਤਰਜਾਂ ਨੇ ਨਾ, ਉਹਦੇ ਤੇ ਕੀਰਤਨ, ਉਹਦੇ ਸ਼ਬਦ ਸੁਣ ਕੇ ਬੜੇ ਖੁਸ਼ ਹੁੰਦੇ ਹਾਂ ਅਸੀਂ। ਤੇ ਜੇ ਕੋਈ ਕੀਰਤਨ ਦੇ ਵਿੱਚ ਅਲਾਪ ਲਾਉਂਦਾ ਹੈ ਤੇ ਅੱਗੋਂ ਮਸਖਰੀਆਂ ਕਰਦੇ ਸਾਡੇ ਲੋਕ, ਭੰਡਦੇ ਉਹਨੂੰ, ਆਹ ਕੀ ਕਰਦਾ ਪਿਆ ਇਹ ਰੋਣ ਹੀ ਲੱਗ ਪਿਆ, ਕੋਈ ਅਲਾਪ ਲਾਏਗਾ ਤੇ ਕਮਾਲ ਦਾ। ਜੇ ਸਮਝ ਮੈਨੂੰ ਨਹੀਂ ਆਉਂਦੀ, ਸਮਝ ਸਾਨੂੰ ਨਹੀਂ ਆਉਂਦੀ, ਤੇ ਗਲਤੀ ਸਾਡੀ, ਅਗਲੇ ਦੀ ਥੋੜੀ ਹੈ। ਅਸੀਂ ਗੀਤ ਜਿਹੜੇ ਨੇ ਉਹਨਾਂ ਨੂੰ ਕੀਰਤਨ ਦੇ ਵਿੱਚ ਸੁਣਨਾ ਸ਼ੁਰੂ ਕਰਤਾ, ਤੇ ਸੁਣਾਉਣ ਵਾਲਾ ਤਾਂ ਫਿਰ ਉਹ ਕੁਝ ਹੀ ਸੁਣਾਏਗਾ ਨਾ, ਕਿਉਂਕਿ ਉਹ ਸਾਡਾ ਕੰਨ ਰਸ ਹੈ। ਅਸੀਂ ਉਹਨੂੰ ਸਿੱਧਾ ਕਹੀਏ ਭਾਈ ਸਾਹਿਬ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਨੀ ਹੈ, ਉਸੇ ਰਾਗ ਵਿੱਚ ਸੁਣਾਓ, ਜਿਹੜੇ ਰਾਗ ਵਿੱਚ ਗੁਰੂ ਨਾਨਕ ਬਾਬੇ ਨੇ ਉਚਾਰੀ ਹੈ ਉਹੀ ਸ਼ਬਦ ਅਸੀਂ ਉਵੇਂ ਹੀ ਸੁਣਨਾ, ਤੁਹਾਡੇ ਕੋਲ ਸੁਣਾਓ। ਅਗਲਾ ਕਿਉਂ ਨਾ ਅੱਗੇ ਤੋਂ ਤਿਆਰੀ ਕਰਕੇ ਆਏਗਾ। ਜਦੋਂ ਅਸੀਂ ਉਹਨੂੰ ਕਹਿਣ ਲੱਗ ਪਏ ਜੀ ਸਾਨੂੰ ਤੇ ਗਾਣਾ ਸੁਣਾਓ, ਸਾਨੂੰ ਗੀਤ ਸੁਣਾਓ ਜੀ, ਸਾਹਿਬਜ਼ਾਦਿਆਂ ਵਾਲਾ, ਉਹਦੇ ਲਈ ਕਵੀ ਹੈਗੇ ਤੇ ਅਸੀਂ ਪਹਿਲਾਂ ਹੀ ਪੈਂਦੇ ਰਾਗੀ ਨੂੰ। ਇਹ ਗੱਲ ਦੇਖੋ, ਉੱਥੇ ਰਾਗੀ ਸ਼ਬਦ ਹੈ ਤੇ ਰਾਗੀ ਦਾ ਅਰਥ ਹੈ ਜਿਹਨੂੰ ਰਾਗਾਂ ਦੀ ਜਾਣਕਾਰੀ ਹੋਵੇ, ਉਹ ਰਾਗੀ ਹੈ। ਗ੍ਰੰਥੀ ਸ਼ਬਦ ਉਹਦੇ ਲਈ ਜਿਹਨੂੰ ਗ੍ਰੰਥਾਂ ਦੀ ਨੌਲੇਜ ਹੈ। ਪਾਠੀ ਸ਼ਬਦ ਉਹ ਜਿਹੜਾ ਪਾਠ ਕਰ ਸਕਦਾ ਹੈ ਸਿਰਫ। ਇਹ ਫਰਕ ਇਹਦੇ ਅੰਦਰ ਹੈ। ਪਾਠੀ ਸਿਰਫ ਪਾਠ ਕਰਨ ਵਾਲਾ, ਗ੍ਰੰਥੀ ਗ੍ਰੰਥਾਂ ਦੀ ਜਾਣਕਾਰੀ ਰੱਖਣ ਵਾਲਾ, ਰਾਗੀ ਜਿਹੜਾ ਰਾਗਾਂ ਦੀ ਨੌਲੇਜ ਜਾਣਕਾਰੀ ਰੱਖਦਾ ਹੈ। ਅਸੀਂ ਕੰਨ ਰਸ ਆਪਣਾ ਘਟਾਈਏ, ਕਥਾ ਕੀਰਤਨ ਜਿਹੜਾ ਹੈ ਨਾ ਉਹਦੇ ਵੱਲ ਜ਼ਿਆਦਾ ਧਿਆਨ ਦੇਈਏ, ਆਪ ਵੀ ਕਰੀਏ। ਇੱਕ ਹੋਰ ਹੈ ਕਿ ਰਾਗੀ ਸਾਹਿਬ ਆਉਂਦੇ ਨੇ ਸਾਡੇ ਕੋਲ, ਅਸੀਂ ਪਰਚੀਆਂ ਨਾਲ ਪਹਿਲਾਂ ਹੀ ਆਵਾਜ਼ਾਂ ਭਰ ਦਿੰਦੇ ਹਾਂ ਜੀ, ਆਹ ਸ਼ਬਦ ਸੁਣਾ ਦਿਓ, ਆਹ ਸ਼ਬਦ ਸੁਣਾ ਦਿਓ। ਉਹ ਤੇ ਫਿਰ ਰੀਲ ਤੇ ਵੀ ਸੋਹਣੀ ਲਿਆ ਕਰੋ, ਟੇਪ ਤੇ ਸੁਣਦੇ ਹੁੰਦੇ ਹਾਂ। ਥੋੜਾ ਜਿਹਾ ਆਪਣਾ ਆਪ ਅਸੀਂ ਬਦਲੀਏ, ਆਪਣੇ ਆਪੇ ਨੂੰ, ਆਪਣੇ ਆਪ ਨੂੰ ਚੇਂਜ ਕਰੀਏ।
ਸੋ ਅੱਜ ਜਿਹੜਾ ਇਹ ਗੁਰਬਾਣੀ ਦੀ ਕਥਾ ਦਾ ਜਿਹੜਾ ਵਿਸ਼ਾ ਹੈ, ਇਹ ਜ਼ਰੂਰੀ ਵੀ ਸੀ। ਮੇਰੇ ਮਨ ਦੇ ਅੰਦਰ ਇਹ ਸੀ ਕਿ ਇਹਦੀ ਜਿਹੜੀ ਵਿਚਾਰ ਹੈ ਉਹ ਜ਼ਰੂਰ ਕੀਤੀ ਜਾਏ ਕਿ ਗੁਰਬਾਣੀ ਦੀ ਜਿਹੜੀ ਕਥਾ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ। ਭਾਈ ਲਖਬੀਰ ਸਿੰਘ ਨੇ ਵੀ ਕਿਹਾ ਕਿ ਮੈਨੂੰ ਕਿ ਅੱਜ ਤੁਸੀਂ ਕਲਾਸ ਲਾਓ। ਮੇਰੇ ਮਨ ਦੇ ਅੰਦਰ ਵੀ ਸੀ ਕਿ ਜ਼ਰੂਰੀ ਦੱਸਿਆ ਜਾਏ ਕਿ ਕੰਨ ਰਸ ਤੋਂ ਅਸੀਂ ਬਾਹਰ ਨਿਕਲੀਏ ਹੌਲੀ ਹੌਲੀ, ਤੇ ਕਥਾ ਜਿਹੜੀ ਹੈ, ਇਤਿਹਾਸ, ਗੁਰਬਾਣੀ, ਜਿਹੜੇ ਫਿਰ ਮੈਂ ਪੰਕਤੀਆਂ ਪੜ੍ਹਦਾ ਵਾਂ, ਇੱਕ ਵਾਰ ਧਿਆਨ ਦਿਓ ਤੁਸੀਂ ਵੀ, ਤੁਹਾਡੀ ਸਕਰੀਨ ਤੇ ਆ ਰਹੀਆਂ ਨੇ। ਗੁਰਬਾਣੀ ਦੀ ਕਥਾ ਵਿੱਚ ਊੜਾ, ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ। ਆੜਾ, ਕਥਾ ਦਾ ਮਨੋਰਥ ਗੁਰਮਤ ਦ੍ਰਿੜਾਉਣਾ ਹੀ ਹੋਵੇ, ਕਿਸੇ ਦੀ ਨਿੰਦਿਆ ਕਰਨਾ ਨਾ ਹੋਵੇ, ਕਿਸੇ ਨੂੰ ਮਾੜਾ ਵਿਖਾਉਣਾ ਨਾ ਹੋਵੇ, ਕਿਸੇ ਨੂੰ ਨੀਵਾਂ ਵਿਖਾਉਣਾ ਨਾ ਹੋਵੇ, ਕਿਸੇ ਬਾਰੇ ਮੰਦਾ ਬੋਲਣਾ ਨਾ। ਇਹ ਕਥਾ ਨਹੀਂ ਹੈ। ਕਥਾ ਦਾ ਮਨੋਰਥ ਗੁਰਮਤ ਦ੍ਰਿੜਾਉਣਾ ਹੀ ਹੋਵੇ। ਕਥਾ 10 ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਗੁਰਮਤ ਅਨੁਕੂਲ ਹੋਣ, ਇਹਨਾਂ ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਅਨਮਤ ਦੀ ਕਿਸੇ ਪੁਸਤਕ ਦੀ ਕਥਾ ਨਹੀਂ ਹੋ ਸਕਦੀ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ ਲਿਆ ਜਾ ਸਕਦਾ। ਪ੍ਰਮਾਣ ਜਿਹੜਾ ਅਸੀਂ ਦੇਣਾ ਨਾ ਕਥਾ ਵਿੱਚ, ਉਹ ਕਿਸੇ ਮਹਾਤਮਾ, ਬੰਦਗੀ ਕਰਨ ਵਾਲਾ, ਜਾਂ ਕੋਈ ਪੁਸਤਕ ਜਿਹੜੀ ਹੈ ਉਹਦੀ ਉੱਤਮ ਸਿੱਖਿਆ ਜਿਹੜੀ ਹੈ ਗੁਰਮਤ ਦੇ ਅਨੁਕੂਲ ਉਹ ਹੋਵੇ, ਉਹਦਾ ਪ੍ਰਮਾਣ ਜਿਹੜਾ ਉਹ ਲਿਆ ਜਾ ਸਕਦਾ ਹੈ। ਛੇਵਾਂ ਹੈ ਵਿਖਿਆਨ। ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵਿਖਿਆਨ ਨਹੀਂ ਹੋ ਸਕਦਾ। ਉਸ ਤੋਂ ਬਾਅਦ ਗੁਰਦੁਆਰੇ ਦਾ ਪ੍ਰੋਗਰਾਮ ਇਹਨਾਂ ਨੇ ਦੱਸਿਆ, ਜਿਹੜਾ ਮੈਂ ਆਪ ਜੀ ਨਾਲ ਵਿਚਾਰ ਚੁੱਕਿਆ। ਸੋ ਇਹ ਇੱਥੇ ਇਹਦੀ ਸਮਾਪਤੀ ਹੈ। ਕੱਲ ਨੂੰ ਸਵੇਰ ਦੀ ਇਸ ਕਲਾਸ ਦੇ ਅੰਦਰ ਜੋ ਗੁਰਮਤ ਦੀ ਰਹਿਣੀ ਹੈ ਨਾ, ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ ਕਿ ਗੁਰਮਤ ਦੀ ਰਹਿਣੀ ਕਿਵੇਂ ਹੈ, ਉਹਦੇ ਵਿੱਚ ਕੀ ਕੀ ਹੈ, ਕੀ ਕੀ ਪੰਥ ਨੇ ਉਹਦੇ ਵਿੱਚ ਦਰਜ ਕੀਤਾ ਹੈ। ਇਹ ਸ਼ਖਸੀ ਰਹਿਣੀ ਸੀ ਪਹਿਲੀ, ਫਿਰ ਗੁਰਮਤ ਦੀ ਰਹਿਣੀ। ਇਹਦੇ ਸ਼ਖਸੀ ਰਹਿਣੀ ਦੇ ਅੰਦਰ ਇਹ ਸਾਰਾ ਕੁਝ ਆਇਆ। ਗੁਰਦੁਆਰਾ, ਗੁਰਦੁਆਰੇ ਦੀ ਮਰਿਆਦਾ, ਕੀ ਕੁਝ ਗੁਰਦੁਆਰੇ ਸਾਹਿਬ ਵਿੱਚ ਹੋਣਾ ਚਾਹੀਦਾ ਹੈ, ਕੀ ਨਹੀਂ ਹੋਣਾ ਚਾਹੀਦਾ। ਇਹ ਤੁਸੀਂ ਆਪ ਵੀ ਪੜ੍ਹੋਗੇ ਨਾ ਸਿੱਖ ਰਹਿਤ ਮਰਿਆਦਾ ਨੂੰ, ਤੇ ਸਮਝ ਆਏਗੀ ਕਿ ਕੀ ਕੁਝ ਗੁਰਮਤ ਦੇ ਵਿੱਚ ਹੋਣਾ ਚਾਹੀਦਾ ਹੈ, ਗੁਰਦੁਆਰੇ ਵਿੱਚ ਹੋਣਾ ਚਾਹੀਦਾ ਹੈ। ਬੜੀਆਂ ਵੇਖੋ, ਅਸੀਂ ਸਾਡਾ ਸਿੱਧਾ ਸੰਬੰਧ ਗੁਰਦੁਆਰੇ ਸਾਹਿਬ ਦੇ ਨਾਲ ਹੈ। ਮੈਨੂੰ ਪਤਾ ਅੱਜ ਵੀ ਹੁੰਦਾ ਕੀ ਹੈ ਕਿ ਬੜੇ ਇਸ ਤਰ੍ਹਾਂ ਦੇ ਆਉਣਗੇ ਜਿਨ੍ਹਾਂ ਨੂੰ ਗੁਰਮਤ ਦੀ ਸੋਝੀ ਨਹੀਂ ਹੈ। ਮੈਂ ਸਿੱਧੀ ਗੱਲ ਕਵਾਂਗਾ, ਉਹ ਆ ਕੇ ਸਭ ਤੋਂ ਪਹਿਲਾਂ ਵੇਖਣਗੇ ਉਹ ਚੀਜ਼ ਜਿਹਦੇ ਵਿੱਚ ਉਹਨਾਂ ਨੂੰ ਕੋਈ ਨੁਕਸ ਲੱਭੇ, ਕਿ ਗੁਰਦੁਆਰੇ ਵਿੱਚ ਆਹ ਚੀਜ਼ ਦਾ ਨੁਕਸ ਕੋਈ ਲੱਭੇ ਤੇ ਅਸੀਂ ਗੱਲ ਕਰੀਏ, ਭਾਈ ਸਾਹਿਬ ਨਾਲ ਕਰੀਏ, ਕਿਸੇ ਹੋਰ ਨਾਲ ਕਰੀਏ, ਮੈਨੇਜਰ ਨਾਲ ਕਰੀਏ। ਕਿਆ ਤੁਹਾਨੂੰ ਨਹੀਂ ਪਤਾ ਲੱਗਦਾ ਏਦਾਂ ਹੋਣਾ ਚਾਹੀਦਾ ਸੀ? ਅਸੀਂ ਗੁਰੂ ਦੇ ਸਿੱਖ ਨਹੀਂ ਆ? ਜੇ ਕਿਸੇ ਪਾਸੇ ਕੁਝ ਉਹੋ ਜਿਹੀ ਚੀਜ਼ ਲੱਗਦੀ ਤੇ ਕਸੀ ਸਾਨੂੰ ਹੱਥ ਦਿੱਤੇ ਗੁਰੂ ਸਾਹਿਬ ਨੇ, ਅਸੀਂ ਉਹਨੂੰ ਫੜ ਕੇ ਦਰੁਸਤ ਨਹੀਂ ਕਰ ਸਕਦੇ ਹਨ। ਇਹ ਜਿਹੜੇ ਆਦਤ ਹੈ ਨਾ, ਇਹਨੂੰ ਆਪਣੇ ਅੰਦਰੋਂ ਬਾਹਰ ਕੱਢੀਏ ਕਿ ਜੀ ਇਹ ਕੰਮ ਉਹਦਾ, ਇਹ ਕੰਮ ਸਾਡਾ ਸਾਰਿਆਂ ਦਾ ਹੀ ਹੈ, ਇਹ ਸੇਵਾ ਸਭ ਦੀ ਹੈ, ਇਹ ਜ਼ਰੂਰੀ ਵੀ ਹੈ। ਤੇ ਇਹ ਜਿਹੜੀ ਇਹ ਗੁਰਮਤ ਦੀ ਰਹਿਣੀ ਹੈ, ਜਿਹੜੀ ਗੁਰਦੁਆਰੇ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ, ਤੁਸੀਂ ਆਪ ਵੀ ਪੜ੍ਹੋ ਜ਼ਰੂਰ। ਮੈਂ ਤੇ ਵਾਰ-ਵਾਰ ਇਹ ਬੇਨਤੀ ਤੁਹਾਨੂੰ ਕਰਦਾ, ਅੱਗੇ ਵੀ ਤੇ ਅੱਗੇ ਵੀ ਕਰਦਾ ਰਵਾਂਗਾ ਕਿ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਇੱਕ ਕਾਪੀ ਜਿਹੜੀ ਹੈ ਨਾ, ਉਹਨੂੰ ਆਪਣੇ ਘਰ ਜ਼ਰੂਰ ਰੱਖੋ। ਇਹ ਭੇਟਾ ਰਹਿਤ ਹੈ, ਇਹਦੇ ਕੋਈ ਕਾਸਟ ਨਹੀਂ, ਫ੍ਰੀ ਆਫ ਕਾਸਟ ਹੈ। ਇਹਨੂੰ ਪੜ੍ਹਿਆ ਕਰੋ, ਰੋਜ਼ ਦਾ ਇੱਕ ਪੇਜ ਪੜ੍ਹ ਲਿਆ, 2-2 ਪੇਜ ਰਿਪੀਟ ਕਰਦੇ ਰਿਹਾ ਕਰੋ। ਇਹ ਤਾਂ ਸਮਝ ਆਏਗਾ ਕਿ ਗੁਰਦੁਆਰੇ ਵਿੱਚ ਕੀ ਹੋਣਾ ਹੈ, ਕਥਾ ਕਿਵੇਂ, ਵਿਖਿਆਨ ਕਿਵੇਂ, ਕੀਰਤਨ ਕਿਸ ਤਰ੍ਹਾਂ, ਸਭ ਕੁਝ ਕਿਸ ਤਰ੍ਹਾਂ ਹੁੰਦਾ। ਸੋ ਸਮਾਂ ਕਾਫੀ ਹੋ ਗਿਆ ਹੈ ਤੇ ਇੰਨੀਆਂ ਕੁ ਵਿਚਾਰਾਂ ਨੇ। ਬਾਕੀ ਜਿਹੜੀ ਉਹ ਅਗਲੀ ਕੱਲ ਸਵੇਰ ਦੀ ਕਲਾਸ ਵਿੱਚ ਮੈਂ ਇੱਕ ਬੇਨਤੀ ਇੱਕ ਦੋ ਹੋਰ ਕਰਾਂ ਕਿ ਜਿਹੜਾ ਸ਼ਾਮ ਦੀ ਕਲਾਸ ਹੈ ਉਹ 6:30 ਵਜੇ ਹੈ। ਗੁਰਬਾਣੀ ਸੰਥਿਆ, ਉਹਦੇ ਵਿੱਚ ਜਪਜੀ ਸਾਹਿਬ ਦੀ ਸੰਥਿਆ ਉਹ ਚੱਲ ਰਹੀ ਹੈ। ਨਾਲ ਹੀ
ਕਿਉਂਕਿ ਨਾ ਬਾਅਦ ਵਿੱਚ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਜੀ, ਜੋ ਤੁਸੀਂ ਅੱਜ ਸੁਣਾਇਆ ਉਹ ਸਾਨੂੰ ਦੁਬਾਰਾ ਦੱਸੋ, WhatsApp ਤੇ ਮੈਸੇਜ ਆਉਣ ਲੱਗ ਪੈਂਦੇ ਆ। ਅਸੀਂ ਜੋ ਅੱਜ ਦੀ ਇਹ ਕਲਾਸ ਹੈ ਨਾ, ਜਿਹੜੀ ਹੁਣ ਤੁਸੀਂ ਸੁਣ ਰਹੇ ਹੋ, ਇਹ ਕਲਾਸ ਲਗਭਗ 1.5 ਘੰਟੇ 2 ਘੰਟੇ ਦੇ ਵਿੱਚ ਜੋ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਹਣੀ, ਇਹ YouTube ਦਾ ਪੇਜ ਬਣਿਆ ਹੋਇਆ ਹੈ, ਅਕਾਊਂਟ ਬਣਿਆ YouTube ਦਾ। ਤੁਸੀਂ 2 ਘੰਟੇ ਬਾਅਦ ਉਹਦੇ ਤੇ ਸਰਚ ਕਰੋਗੇ ਤੇ ਇਹ ਜਿਹੜਾ ਅੱਜ ਦੀ ਕਲਾਸ ਦਾ ਲਿੰਕ ਜਿਹੜਾ ਹੈ ਨਾ, ਪੂਰੇ ਦਾ ਪੂਰਾ ਤੁਹਾਨੂੰ ਉੱਥੇ ਮਿਲ ਜਾਏਗਾ, ਪੂਰੇ ਦਾ ਪੂਰਾ ਹੀ। ਅੱਜ ਦੀ ਕਲਾਸ ਰਿਪੀਟ ਬਿਲਕੁਲ ਇਸੇ ਤਰ੍ਹਾਂ ਹੀ। ਤੇ ਉਹ ਇੱਕ ਤੇ ਉਹ ਜਿਹੜਾ ਤੁਸੀਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਉਸ ਚੈਨਲ ਨੂੰ, ਬੈਲ ਆਈਕਨ ਜ਼ਰੂਰ ਨਾਲ ਓਕੇ ਪ੍ਰੈਸ ਕਰ ਲਿਆ ਜੇ। ਉਹਨੂੰ ਸਬਸਕ੍ਰਾਈਬ ਕਰੋਗੇ ਤੇ ਤੁਹਾਨੂੰ ਕਿਤੇ ਹੋਰ ਲੱਭਣ ਦੀ ਲੋੜ ਨਹੀਂ, ਨੋਟੀਫਿਕੇਸ਼ਨ ਆਪਣੇ ਆਪ ਹੀ ਤੁਹਾਡੇ ਕੋਲ ਆ ਜਾਏਗਾ। ਤੁਸੀਂ ਇੰਗਲਿਸ਼ ਵਿੱਚ ਭਰਨਾ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਹਣੀ, ਤੇ ਉਹ ਬੈਲ ਆਈਕਨ ਵੀ ਪ੍ਰੈਸ ਕਰੋਗੇ ਤੇ ਉਹ ਆਪਣੇ ਆਪ ਫਿਰ ਤੁਹਾਡੇ ਕੋਲ ਉਹਦਾ ਨੋਟੀਫਿਕੇਸ਼ਨ ਆਉਣਾ ਸ਼ੁਰੂ ਹੋ ਜਾਏਗਾ ਆਪਣੇ ਆਪ ਹੀ। ਦੂਜਾ ਇਹ ਹੈ ਕਿ ਜਿਹੜਾ ਗਰੁੱਪ ਬਣਿਆ ਹੋਇਆ ਹੈ WhatsApp ਦਾ, ਜਿਹਦੇ ਵਿੱਚ ਲਿੰਕ ਸੈਂਡ ਕੀਤਾ ਜਾਂਦਾ ਹੈ, ਉਸ ਗਰੁੱਪ ਦੇ ਵਿੱਚ ਵੀ ਨਾ 2 ਘੰਟੇ ਦੇ ਬਾਅਦ ਅਸੀਂ ਅਸਲ ਵਿੱਚ ਇੱਥੇ ਹੁੰਦੇ ਹਾਂ, ਰੂਮ ਦੇ ਵਿੱਚ ਹੀ ਸਾਰਾ ਕੰਮ ਕਰਕੇ ਵਾਪਸ ਜਾਂਦੇ ਹਾਂ। 2 ਘੰਟੇ ਬਾਅਦ ਉਸ ਗਰੁੱਪ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰਾਤ ਤੋਂ ਅਸੀਂ ਇਹ ਸ਼ੁਰੂ ਕਰਤਾ ਹੈ ਕਿ ਉਹ ਜਿਹੜਾ ਅੱਜ ਦੀ ਕਲਾਸ ਹੈ ਉਹਨੂੰ ਪਾ ਦਿੱਤਾ ਜਾਏ ਗਰੁੱਪ ਦੇ ਵਿੱਚ ਵੀ। ਉਹ ਲਿੰਕ ਜਿਹੜਾ ਹੈ ਨਾ YouTube ਦਾ, ਉਹਨੂੰ ਪਾ ਦਿੱਤਾ ਜਾਏ ਕਿ ਤੁਸੀਂ ਆਪ ਸੁਣਨਾ ਜਾਂ ਕਿਸੇ ਨੂੰ ਭੇਜਣਾ, ਉਹ ਤੁਸੀਂ ਭੇਜ ਦਿਓ। ਕਿਉਂਕਿ ਨਾ ਇੱਕ ਦਿਨ ਜਦੋਂ ਅਰਦਾਸ ਦੀ ਵਿਚਾਰ ਚੱਲ ਰਹੀ ਸੀ ਰਹਿਤ ਮਰਿਆਦਾ ਵਿੱਚ, ਤੇ ਚੌਂਕੀਆਂ, ਝੰਡੇ, ਬੁੰਗੇ, ਚੌਂਕੀਆਂ ਦੀ ਵਿਚਾਰ ਕੀਤੀ, ਉਹਦੇ ਨਾ ਬੜੇ ਮੈਸੇਜ ਆ ਰਹੇ ਸੀ ਬਹੁਤ ਜ਼ਿਆਦਾ WhatsApp ਤੇ ਕਿ ਆ ਭਾਈ ਸਾਹਿਬ ਚੌਂਕੀ, ਆ ਚੌਂਕੀ ਜਾਂ ਕਿਸ ਤਰ੍ਹਾਂ। ਫਿਰ ਅਸੀਂ ਉਹ ਚੌਂਕੀਆਂ ਵਾਲਾ ਜਿਹੜਾ ਅਸੀਂ ਉਹਨੂੰ YouTube ਤੇ ਚੜਾ ਕੇ ਮੈਂ ਉਹਦਾ ਲਿੰਕ ਵੀ ਗਰੁੱਪ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਤੁਸੀਂ ਕੁਝ ਵੀ, ਇਹ ਤਾਂ ਕਰਕੇ ਆ ਵੀ ਕੁਝ ਵੀ ਸੁਣਨਾ ਹੈ ਤੇ ਥੋੜੀ ਜਿਹੀ ਮਿਹਨਤ ਆਪ ਵੀ ਕਰੋ। ਪੱਕੀ ਪਕਾਈ ਰੋਟੀ ਹਰ ਜਗ੍ਹਾ ਤੋਂ ਮਿਲ ਜਾਂਦੀ, ਪਰ ਜਿਹੜੀ ਆਪ ਪਕਾ ਕੇ ਖਾਣ ਦਾ ਸਵਾਦ ਆਉਂਦਾ ਹੈ ਨਾ, ਉਹ ਕਿਤੋਂ ਨਹੀਂ ਜੇ ਮਿਲਦਾ। ਉਹਦਾ ਇੱਕ ਹੋਰ ਫਾਇਦਾ ਵੀ ਹੈ, ਤੁਸੀਂ ਆਪ ਦੁਬਾਰਾ ਸੁਣੋਗੇ, ਉਹ ਚੀਜ਼ ਕਦੇ ਭੁੱਲੇਗੀ ਨਹੀਂ। ਤੇ ਕਿਸੇ ਤੋਂ ਸੁਣ ਕੇ ਅੱਗੇ ਸੁਣਾ ਦੇਣੀ ਜਾਂ ਅੱਗੇ ਦੱਸ ਦੇਣੀ, ਫਿਰ ਉਹ ਉਹਨਾਂ ਕੋਲ ਇੱਕ ਅੱਧਾ ਦਿਨ ਹੀ ਯਾਦ ਰਹਿੰਦੀ ਹੈ ਬਸ। ਉਸ ਤੋਂ ਬਾਅਦ ਪਹਿਲੀ ਗੱਲ ਤਾਂ ਉਦੋਂ ਹੀ ਭੁੱਲ ਜਾਂਦੀ ਹੈ। ਤੁਸੀਂ ਆਪ ਮਿਹਨਤ ਕਰੋਗੇ, ਅਸੀਂ ਤਾਂ ਫਿਰ ਵੀ ਲਿੰਕ ਉਸੇ ਤਰ੍ਹਾਂ ਬਣਾਇਆ ਤੁਹਾਨੂੰ ਦੇ ਰਹੇ ਹਾਂ, ਉਹਨੂੰ ਸ਼ੇਅਰ ਜ਼ਰੂਰ ਕਰੋ। ਸਮਾਂ ਕਾਫੀ ਹੋ ਗਿਆ, ਮਾਫੀ ਚਾਹੁੰਦਾ, ਮੈਂ ਤਾਂ ਟਾਈਮ ਹੀ ਹੁਣ ਦੇਖਿਆ 1 ਘੰਟੇ ਤੋਂ ਉੱਪਰ ਕਲਾਸ ਦਾ ਟਾਈਮ ਨਿਕਲ ਗਿਆ ਹੈ। ਤੇ ਉਹ ਤੁਸੀਂ ਲਿੰਕ ਜਿਹੜਾ ਹੈ ਉਹ 2 ਘੰਟੇ ਦੇ ਵਿੱਚ ਆ ਜਾਏਗਾ। ਇਹ ਚੈਨਲ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰੋ। ਇੰਗਲਿਸ਼ ਵਿੱਚ ਲਿਖਣਾ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਲਿਖਣਾ ਹੈ, ਜੀ ਸ਼ਾਹਣੀ, ਤੇ ਉਹ ਸੌਖਾ ਹੋ ਜਾਏਗਾ। ਸੋ ਇੰਨੀਆਂ ਕੋ ਬੇਨਤੀਆਂ ਅੱਜ ਪ੍ਰਵਾਨ। ਭੁੱਲਾਂ ਸਾਡੇ ਤੋਂ ਵੀ ਬੜੀਆਂ ਹੁੰਦੀਆਂ, ਮੈਂ ਕਹਾਂ ਜੀ ਮੈਨੂੰ ਸਭ ਕੁਝ ਆਉਂਦਾ ਹੈ, ਤੇ ਸ਼ਾਇਦ ਮੇਰੇ ਵਰਗੀ ਮੂਰਖਤਾ ਹੀ ਨਹੀਂ ਹੋਏਗੀ ਇਹ, ਤੇ ਭੁੱਲਾਂ ਗਲਤੀਆਂ ਬੜੀਆਂ ਹੋ ਗਈਆਂ ਨੇ। ਗੁਰੂ ਵੀ ਬਖਸ਼ਣਹਾਰ ਹੈ, ਆਪ ਸੰਗਤ ਵੀ ਬਖਸ਼ਣਹਾਰ ਹੋ। ਤੇ ਜੇ ਕੋਈ ਸਵਾਲ ਹੈ ਇਹਦੇ ਨਾਲ ਹੀ ਰਿਲੇਟਡ, ਇਹ ਅਸੀਂ ਤਾਂ ਕਹਿੰਦੇ ਹੁੰਦੇ ਹਾਂ ਕਿ ਜੋ ਅੱਜ ਪੜ੍ਹਾਇਆ ਹੈ ਇਹਦੇ ਨਾਲ ਹੀ ਰਿਲੇਟਡ ਕੋਈ ਸਵਾਲ ਹੈ ਤੇ ਆਪ ਜੀ ਪੁੱਛ ਸਕਦੇ ਹੋ। ਹਾਂਜੀ ਵੀਰ ਜੀ, ਆਪਣਾ ਮਾਈਕ ਔਨ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਵਾਲ ਨਹੀਂ, ਮੇਰੀ ਬਸ ਇੱਕ ਬੇਨਤੀ ਸੀ ਕਿ ਤੁਸੀਂ ਮੈਂਸ਼ਨ ਕੀਤਾ ਸੀ ਆਪਣਾ ਗੁਰਪ੍ਰਤਾਪ ਸੂਰਜ ਦਾ, ਫਿਰ ਆਪਣਾ ਪੰਥ ਪ੍ਰਕਾਸ਼ ਜੀ ਦਾ, ਤੇ ਮੇਰੀ ਇਹ ਬੇਨਤੀ ਸੀ ਕਿ ਇੱਕ ਵਾਰੀ ਕਿਸੇ ਵੀ ਕਲਾਸ 'ਚ ਆਪਣਾ ਇੱਕ ਵਾਰੀ ਸਿਲੇਬਸ 'ਚ ਲਿਓ ਕਿ ਟੋਟਲ ਕਿੰਨੇ ਗ੍ਰੰਥ ਆ, ਮਤਲਬ ਜਿੱਦਾਂ ਪੰਥ ਪ੍ਰਕਾਸ਼ ਆ ਉਹ 'ਚ ਐਗਜ਼ੈਕਟਲੀ ਕਿਹੜੀ ਬਾਣੀ ਦਰਜ ਆ, ਕਿਹੜੇ ਗੁਰੂ ਨੇ ਬਾਣੀ ਦਰਜ। ਵੀਰ ਜੀ ਮੈਂ ਇੱਕ ਮਿੰਟ, ਮੇਰੀ ਗੱਲ ਸੁਣੋ, ਥੋੜਾ ਜਿਹਾ ਨਾ ਸਲੋ ਬੋਲੋ, ਥੋੜਾ ਜਿਹਾ ਸਲੋ, ਉਹ ਸਪੀਡ ਤੁਹਾਡੀ ਜ਼ਿਆਦਾ ਪੂਰੀ ਸਮਝ ਨਹੀਂ ਆ ਰਹੀ। ਹਾਂਜੀ ਵੀਰ ਜੀ, ਮੈਂ ਇਹ ਕਹਿ ਰਿਹਾ ਕਿ ਕਿਸੇ ਇੱਕ ਕਲਾਸ 'ਚ ਇਹ ਦਰਜ ਕਰ, ਇੱਕ ਕਲਾਸ ਇਹਦੀ ਲਿਓ ਕਿ ਆਪਣੇ ਟੋਟਲ ਜਿੰਨੇ ਵੀ ਧਾਰਮਿਕ ਗ੍ਰੰਥ ਆ, ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਿਆਂ ਨੂੰ ਪਤਾ, ਪਰ ਪੰਥ ਪ੍ਰਕਾਸ਼ 'ਚ ਐਗਜ਼ੈਕਟਲੀ ਕੀ ਆ, ਜਾਂ ਫਿਰ ਗੁਰਪ੍ਰਤਾਪ ਗ੍ਰੰਥ 'ਚ ਕੀ ਆ, ਹੋਰ ਵੀ ਕਈ ਪ੍ਰਸਿੱਧ ਜਿੰਨੇ ਵੀ ਗ੍ਰੰਥ ਆ, ਇੱਕ ਕਲਾਸ ਉਹਨਾਂ ਦੀ ਇੱਕ ਲੈ ਲਈ ਜਾਵੇ ਨਾ, ਕਿ ਉਹ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਇਹ ਇੱਕ ਮਤਲਬ ਗ੍ਰੰਥ ਆ। ਇਹ ਇੱਥੇ ਜਿੱਦਾਂ ਹੁਣ ਹਜ਼ੂਰ ਸਾਹਿਬ 'ਚ ਗੁਰਪ੍ਰਤਾਪ ਪ੍ਰਕਾਸ਼ ਦੀ ਕਥਾ ਵਿਆਖਿਆ ਹੁੰਦੀ ਆ, ਤੇ ਇਹ ਮਤਲਬ ਨਾਰਮਲੀ ਇੱਕ ਗ੍ਰੰਥਾਂ ਬਾਰੇ ਥੋੜੀ ਨੌਲੇਜ ਹੋ ਜਾਏ ਆਪਾਂ ਨੂੰ। ਬਿਲਕੁਲ, ਇਹ ਤੁਸੀਂ ਸਾਨੂੰ ਇੱਕ ਟੌਪਿਕ ਹੀ ਬੜਾ ਵਧੀਆ ਦੇਤਾ, ਵਿਸ਼ਾ ਹੀ ਬੜਾ ਵਧੀਆ ਦੇਤਾ ਤੁਸੀਂ ਅੱਜ।
ਅੱਜ ਮੈਂ ਕੁਝ ਗ੍ਰੰਥਾਂ ਦੇ ਨਾਮ ਤੁਹਾਨੂੰ ਦੱਸੇ ਸੀ, ਤੇ ਇੱਕ ਦੋ ਦਿਨ ਦੇ ਵਿੱਚ ਹੀ ਨਾ ਆਪਾਂ ਜਿਹੜੇ ਇਹ ਗ੍ਰੰਥ ਨੇ ਨਾ ਜਿਹਦੇ ਵਿੱਚ ਇੱਥੇ ਲਿਖਿਆ ਹੈ ਵੀ ਜੋ ਗੁਰਮਤਿ ਦੇ ਅਨੁਕੂਲ ਹੋਣ, ਜਾਂ ਜਿਨ੍ਹਾਂ ਦੇ ਬਾਰੇ ਇੱਥੇ ਜ਼ਿਕਰ ਹੈ ਵੀ ਉਹਦਾ ਵਿਖਿਆਨ ਹੋ ਸਕਦਾ ਹੈ, ਉਹਨਾਂ ਗ੍ਰੰਥਾਂ ਦੀ ਹੀ ਇੱਕ ਕਲਾਸ ਆਪਾਂ ਪੂਰੀ ਲਵਾਂਗੇ। ਲਗਭਗ ਕੋਸ਼ਿਸ਼ ਕਰੂੰਗਾ ਮੈਂ 1 ਘੰਟੇ ਵਿੱਚ ਉਹ ਕੰਪਲੀਟ ਹੋ ਜਾਏ, ਪਰ ਮੈਨੂੰ ਲੱਗਦਾ ਨਹੀਂ 1 ਘੰਟੇ 'ਚ ਕੰਪਲੀਟ ਹੋਏਗੀ। ਤੇ ਕਿਉਂਕਿ ਜਦੋਂ ਗੁਰਪ੍ਰਤਾਪ ਸੂਰਜ ਗ੍ਰੰਥ ਮੈਂ ਤੁਹਾਨੂੰ ਜੋ ਉਹਦੀ ਡਿਟੇਲ ਦਊਂਗਾ ਨਾ ਵੀ ਉਹਨੂੰ ਸੂਰਜ ਕਿਉਂ ਸ਼ਬਦ ਵਰਤਿਆ ਗਿਆ, ਨਾਲ ਉਹ ਕਵੀ ਸੰਤੋਖ ਸਿੰਘ ਨੇ ਕਿੰਨੀ ਕਮਾਲ ਕੀਤੀ, ਉਹ ਆਪਾਂ ਚਲੋ 1-2 ਦਿਨ ਵਿੱਚ ਨਾ ਪਹਿਲਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂਗੇ ਅਸੀਂ ਕਿ ਇਸ ਦਿਨ ਉਹ ਕਲਾਸ ਜਿਹੜੀ ਉਹ ਇਹਨਾਂ ਗ੍ਰੰਥਾਂ ਦੇ ਬਾਰੇ ਆਪਾਂ ਕਰਾਂਗੇ, ਤੇ ਉਹ 1-2 ਦਿਨ ਦੇ ਵਿੱਚ ਹੀ ਤੁਹਾਨੂੰ ਦੱਸਦੇ ਆ। ਬਹੁਤ ਵਧੀਆ ਤੁਸੀਂ ਵੀ ਸਾਨੂੰ ਇਹ ਟੌਪਿਕ ਦੇ ਦਿੱਤਾ, ਹੁਣ ਅਸੀਂ ਇੱਕ ਅੱਧੇ ਦਿਨ 'ਚ ਪੂਰੀ ਤਿਆਰੀ ਕਰਕੇ, ਤੇ ਕਿਉਂਕਿ ਆਪਾਂ ਬੜੇ ਸਿੱਧੇ ਜਿਹੇ ਬੰਦਿਆਂ ਦੀ ਤਿਆਰੀ ਕਰਕੇ ਆਵਾਂਗੇ ਤੁਹਾਡੇ ਅੱਗੇ। ਮੈਂ ਕਹਾਂ ਜੀ ਮੈਂ ਬੜਾ ਵਿਦਵਾਨ ਆ ਵੀ ਹੁਣੇ ਹੀ ਬੋਲਣਾ ਵਾ, ਇਹ ਗੱਲ ਨਹੀਂ ਨਾ ਬਣਦੀ। ਤੇ ਆਪਾਂ 1-2 ਦਿਨ ਵਿੱਚ ਹੀ ਇਹ ਵਿਚਾਰ ਜਿਹੜੀ ਉਹ ਕਰਦੇ ਹਾਂ ਜੀ। ਠੀਕ ਹੈ ਵੀਰ ਜੀ? ਬਿਲਕੁਲ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।